ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰੋਗਰਾਮ ਦਾ ਨਾਮ ਹੈ ਜੀ ਟਿਪਸ ਫਾਰ ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼, ਜਿਹੜਾ ਕਿ ਪ੍ਰੋਗਰਾਮ ਕੋਆਰਡੀਨੇਟ ਕੀਤਾ ਗਿਆ ਜਾ ਰਿਹਾ ਹੈ ਸਰਦਾਰ ਮੇਘਰਾਜ ਸਿੰਘ ਜੀ ਵੱਲੋਂ, ਜੋ ਕਿ ਵਾਇਸ ਆਫ ਮਾਨਵਤਾ ਟੀਵੀ ਤੇ ਨਿਊਜ਼ ਦੇ ਡਾਇਰੈਕਟਰ ਨੇ। ਤੇ ਅੱਜ ਜੋ ਅਸੀਂ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਬੈਠੇ ਸਰੋਤਿਆਂ, ਸਪੀਕਰਸ ਤੇ ਸਾਰਿਆਂ ਨੂੰ ਜੀ ਆਇਆਂ, ਵੈਲਕਮਸ, ਗ੍ਰੀਟਿੰਗਸ ਆਪੋ ਆਪਣੀ ਪਿਛੋਕੜ ਦੇ ਮੁਤਾਬਕ। ਤੇ ਅੱਜ ਅਸੀਂ ਜੋ ਪ੍ਰੋਗਰਾਮ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਜੋ ਪਿਛਲੇ ਕਈ ਹਫ਼ਤਿਆਂ ਤੋਂ ਕਵਰ ਕਰ ਰਹੇ ਹਾਂ, ਸੱਚਿਆਰ ਮਨੁੱਖ ਦੀ ਘਾੜਤ ਦੇ ਵਿੱਚ ਗੁਰੂ ਸਾਹਿਬਾਂ ਦਾ ਯੋਗਦਾਨ। ਤੇ ਅੱਜ ਉਸ ਸੱਚਿਆਰ ਮਨੁੱਖ ਦੀ ਘਾੜਤ ਘੜ ਕੇ ਸੰਪੂਰਨ ਮਨੁੱਖ ਦੀ ਜਿਹੜੀ ਸਿਰਜਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੇ ਰੂਪ ਦੇ ਵਿੱਚ 1699 ਵਾਲੀ ਵਿਸਾਖੀ ਦੇ ਦਿਨ, ਜੋ ਕਿ ਇੱਕ ਅਲੌਕਿਕ ਤੇ ਅਦੁੱਤੀ ਨਜ਼ਾਰਾ ਸੀ, ਕਰਾਮਾਤ ਵਰਤਾਈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਇਹ ਗੁਰੂ ਸਾਹਿਬ ਦੀ ਬੜੀ ਡੀਪ ਕੰਟੈਂਪਲੇਸ਼ਨ ਤੇ ਵਿਜ਼ਨ ਦੇ ਵਿੱਚੋਂ ਉਪਜੀ ਚੀਜ਼ ਸੀ, ਜਿਸ ਬਾਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੇ ਉਸ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਜੋ ਗੁਰੂ ਸਾਹਿਬ ਨੇ ਅਨੁਭਵ ਕੀਤਾ ਤੇ ਖਾਲਸੇ ਦੇ ਰੂਪ ਦੇ ਵਿੱਚ ਜਿਹੜੀ ਪ੍ਰਗਟ ਦਿਹਾੜਾ ਕੀਤਾ, ਜਿਹੜਾ ਲਿਆਂਦਾ ਉਹ ਦਿਨ, ਉਹ ਸੰਪੂਰਨਤਾ ਦੀ ਸਿਖਰ ਸੀ, ਜਿਸ ਨੂੰ ਖੰਡੇ ਦੀ ਪਹਲ ਬਾਣੀ ਤੇ ਬਾਣਾ ਦੇ ਕੇ ਬਾਹਰਲੀ ਤੇ ਅੰਦਰਲੀ ਦਿੱਖ ਦੇ ਕੇ ਇੱਕ ਆਦਰਸ਼ ਪੈਦਾ ਕੀਤਾ, ਜਿਸ ਵਿੱਚ ਜਾਤ ਪਾਤ, ਭੇਦਭਾਵ, ਊਚ ਨੀਚ, ਬਰਾਬਰਤਾ ਤੇ ਸਵੈਮਾਨ ਭਰਿਆ ਸੰਤ ਸਿਪਾਹੀ ਭਗਤੀ ਤੇ ਸ਼ਕਤੀ ਦੇ ਜੋੜ ਨਾਲ ਕੌਮ ਨੂੰ ਸੰਗਠਿਤ ਰੂਪ ਦੇ ਕੇ ਜਥੇਬੰਦ ਕਰ ਦਿੱਤਾ। 5 ਕਕਾਰ, 5 ਬਾਣੀਆਂ, 4 ਕੁਰੈਤਾਂ ਨਾਲੇ ਨਾਸ਼ ਡਾਕਟਰਨ ਦੇ ਕੇ ਸਤਿਗੁਰ ਦੇ ਘਰ ਵਿੱਚ ਜਨਮ ਦੇ ਦਿੱਤਾ। ਆਪ ਉਹਨਾਂ ਨੂੰ ਪੰਜਾਂ ਨੂੰ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਆਪ ਉਹਨਾਂ ਤੋਂ ਛਕਿਆ ਤੇ ਆਪ ਪਹਾਲ ਲੈ ਕੇ ਗੁਰੂ ਚੇਲੇ ਦੀ ਰੀਤ ਨੂੰ ਪਰਪੱਕ ਕਰ ਦਿੱਤਾ ਸਦਾ ਲਈ। ਅੱਜ ਹੁਣ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਦੇ ਉੱਤੇ ਵਿਚਾਰ ਕਰਾਂਗੇ ਜੀ। ਵਿਸਾਖੀ ਦੇ ਉੱਤੇ ਕੀ ਭਾਣਾ ਸੱਚੇ ਪਾਤਸ਼ਾਹ ਨੇ ਵਰਤਾਇਆ ਤੇ ਉਹਦੇ ਵਿੱਚ ਕੀ ਉਹਦਾ ਕੀ ਸੁਨੇਹਾ ਹੈ, ਕੀ ਖਾਲਸੇ ਦਾ ਦਰਸ਼ ਹੈ, ਕੀ ਉਹਦੀ ਦਿੱਤੀ ਦੇਣ ਹੈ, ਉਹਦੇ ਉੱਤੇ ਅਸੀਂ ਵਿਚਾਰ ਕਰਾਂਗੇ। ਤੇ ਵਿਚਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਕਮਾਂਦੇ ਨਾਲ ਸਭ ਤੋਂ ਪਹਿਲਾਂ ਕਵਿਤਾ ਹੈ ਭੈਣ ਜੀ ਦਲਜੀਤ ਕੌਰ ਦੀ, ਉਸ ਤੋਂ ਬਾਅਦ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ। ਹਾਂਜੀ ਭੈਣ ਜੀ ਦਲਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ। ਉਦੋਂ ਗੋਬਿੰਦ ਸਿੰਘ ਨਹੀਂ ਸੀ, ਇਹਦਾ ਗੁਰੂ ਗੋਬਿੰਦ ਦੀ ਮਨ ਹੀ ਮਨ ਅਰਦਾਸ, ਖਾਲਸਾ ਪੰਥ ਸਾਜਣ ਤੋਂ ਪਹਿਲਾਂ। ਜਦੋਂ ਸਾਜਣ ਲੱਗੇ ਖਾਲਸਾ ਇੱਕ ਰੂਪ ਬਣਾ ਕੇ ਖਾਸ, ਜਦੋਂ ਸਾਜਣ ਲੱਗੇ ਖਾਲਸਾ ਇੱਕ ਰੂਪ ਬਣਾ ਕੇ ਖਾਸ, ਇਉਂ ਕੀਤੀ ਗੁਰੂ ਗੋਬਿੰਦ ਨੇ ਤਦ ਮਨ ਹੀ ਮਨ ਅਰਦਾਸ। ਗੁਰੂ ਨਾਨਕ ਮੇਰੇ ਪਾਤਸ਼ਾਹ, ਮੈਨੂੰ ਮਿਲਿਆ ਹੈ ਕੁਝ ਵਕਤ, ਮੈਂ ਨਾੜ ਨਾੜ ਨੂੰ ਬਖਸ਼ਣਾ ਹੁਣ ਅੱਗਾਂ ਭਰਿਆ ਰਖਤ। ਅੱਜ ਦਇਆ ਧਰਮ ਨੂੰ ਸਤਿਗੁਰੂ ਹੈ ਖਤਰਾ ਬੜਾ ਮਹਾਨ, ਇਹਦੀ ਰਕਸ਼ਾ ਖਾਤਰ ਸਾਹਿਬਾ ਨਾ ਚੁੱਕੀ ਹੈ ਕਿਰਪਾਨ। ਜੋ 6ਵੇਂ ਗੁਰ ਦੇ ਵਕਤ ਤੋਂ ਹਨ ਲੜਦੇ ਆਏ ਸਿੱਖ, ਉਹ ਵੀਰ ਗਤੀ ਹਨ ਪਾ ਗਏ ਲੱਖ ਸੂਰਮਿਆਂ ਲਿਖ। ਅੱਜ ਬਾਰ-ਬਾਰ ਹੈ ਆ ਰਹੀ ਮੈਨੂੰ ਇੱਕੋ ਇੱਕ ਹੀ ਸੋਚ, ਮੈਂ ਸਾਜਾ ਸਿੰਘ ਨਰਾਲੜੇ ਇੱਕ ਨਵਾਂ ਬਣਾਵਾਂ ਪੋਚ। ਮੈਂ ਯੁੱਧ ਹਸਾਨੀ ਜਿੱਤਿਆ, ਮੈਂ ਜਿੱਤਿਆ ਯੁੱਧ ਨਿਦਾਨ, ਸ਼ਹਿਜ਼ਾਦਾ ਨਾਲੇ ਐਦੀਏ ਨਾ ਆਏ ਰੰਗ ਰਮਾਉਣ। ਅੱਜ ਇੱਕ ਹਕੀਕਤ ਖੁੱਲ ਗਈ, ਕੁੱਲ ਜਾਣ ਗਿਆ ਸੰਸਾਰ, ਨਾ ਕਦੀ ਝੁਕਾਇਆ ਜਾ ਸਕੇ ਇਹ ਸਾਂਝਾ ਗੁਰਦਰਬਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਅੱਜ ਆਵਾ ਚੱਲਿਆ ਊਠ, ਇਨਸਾਨ ਨੇ ਮਰਦੇ ਜਾ ਰਹੇ ਤੇ ਜੰਮ ਰਹੇ ਜਮਦੂਤ। ਤੂੰ ਸਭੇ ਕੌਮਾਂ ਦਸੀਆਂ ਸਨ ਇੱਕੋ ਦੀ ਸੰਤਾਨ, ਤੂੰ ਸਭੇ ਕੌਮਾਂ ਦਸੀਆਂ ਸਨ ਇੱਕੋ ਦੀ ਸੰਤਾਨ। ਤੂੰ ਦੱਸਿਆ ਸੱਕੇ ਵੀਰ ਨੇ ਕੁੱਲ ਦੁਨੀਆ ਦੇ ਇਨਸਾਨ। ਤੂੰ ਦੱਸਿਆ ਸਾਰੇ ਰਸਤਿਆਂ ਦੀ ਮੰਜ਼ਿਲ ਇੱਕ ਅਖੀਰ, ਤੂੰ ਦੱਸਿਆ ਸੱਚੇ ਰੱਬ ਦੀ ਹੈ ਬੰਦਾ ਹੀ ਤਸਵੀਰ। ਤੂੰ ਦੱਸਿਆ ਸੀ ਮਨੁੱਖਤਾ ਹੈ ਸਭ ਤੋਂ ਵੱਡਾ ਧਰਮ, ਤੂੰ ਦੱਸਿਆ ਮੇਲ ਮੁਹੱਬਤਾਂ ਹਨ ਸਭ ਤੋਂ ਵੱਡਾ ਕਰਮ। ਤੂੰ ਦੱਸਿਆ ਦੁਨੀਆ ਵਾਲਿਓ ਹੈ ਮਾਨਸ ਵੀ ਇੱਕ ਜਾਤ, ਪਰ ਬੇਕਦਰਾਂ ਕੀ ਜਾਣਨਾ ਕੀ ਹੁੰਦੀ ਹੈ ਸੌਗਾਤ। ਤੂੰ ਜਿਸ ਦੀ ਜੇਲ੍ਹ ਚ ਚੱਕੀਆਂ ਕਦੀ ਦਿੱਤੀਆਂ ਸਨ ਚਕਰਾ,
ਤੂੰ ਜਿਸ ਬਾਬਰ ਨੂੰ ਨਾਮ ਦਾ ਇੱਕ ਦਿੱਤਾ ਜਾਮ ਫਿਲਾ, ਅੱਜ ਉਸੇ ਦੀ ਔਲਾਦ ਨੇ ਫਿਰ ਚੁੱਕ ਲਈ ਹੈ ਅੱਤ, ਉਹਨਾਂ ਸਾਰੇ ਭਾਰਤ ਵਰਸ਼ ਦੀ ਅੱਜ ਚੂਸ ਲਈ ਹੈ ਰੱਤ। ਤਾਲੀਮ ਮੁਹੰਮਦ ਸਾਹਿਬ ਦੀ ਉਹਨਾਂ ਰੱਖ ਦਿੱਤੀ ਏ ਤਾਕ, ਮੁਤਬਰਕ ਨਾ ਇਸਲਾਮ ਦਾ ਉਹਨਾਂ ਵਿੱਚ ਮਿਲਾਇਆ ਖਾਕ। ਨਾ ਜਾਣੇ ਕਿਸ ਥਾਂ ਲਿਖਿਆ ਤੁਸੀਂ ਇੰਜ ਵਧਾਓ ਦੀਨ, ਤਲਵਾਰਾਂ ਰੱਖ ਕੇ ਧੌਣ ਤੇ ਮਨਵਾਓ ਆਪਣੀ ਈਨ। ਉਹ ਇਹਨਾਂ ਦਾ ਹੀ ਖੂਨ ਸੀ ਜੋ ਹੋਇਆ ਸ਼ਾਹ ਸਲੀਮ, ਜਿਹਨੇ ਦੇਗਾਂ ਵਿੱਚ ਉਬਾਲਿਆ ਮੇਰਾ ਅਰਜਨ ਗੁਰੂ ਅਜ਼ੀਮ। ਉਹਨੇ ਤੱਤੀ ਤਵੀ ਬਿਠਾ ਲਿਆ ਜਦ ਸਾਡਾ ਗੌਤਮ ਬੁੱਧ, ਤਦ ਉੱਠੇ ਹਰਗੋਬਿੰਦ ਜੀ ਮੇਰੇ ਦਾਦਾ ਇਸ ਵਿਰੁੱਧ। ਥੋੜੀ ਜਿਹੀ ਗੱਲ ਅੱਛਾ ਲੰਬੀ ਨਹੀਂ ਕਰਦੀ ਬਾਟੀ। ਉਹਨਾਂ ਮੀਰੀ ਪੀਰੀ ਵਾਲੜੀ ਤਦ ਪਹਿਨੀ ਸੀ ਤਲਵਾਰ, ਉਹਨਾਂ ਸਾਮਰਾਜ ਦੀ ਫੌਜ ਨੂੰ ਜਦ ਦਿੱਤੀ ਕਰੜੀ ਹਾਰ। ਜਦ ਕਰਕੇ ਬੰਦ ਖਲਾਸੀਆਂ ਸੰਗ ਟੁਰ ਗਏ ਬੰਦੀ ਛੋੜ, ਤਦ ਮੇਰੇ ਪਿਤਾ ਹਜ਼ੂਰ ਨੇ ਤੇਰਾ ਪੰਥ ਚੜਾਇਆ ਤੋੜ। ਗੁਰੂ ਨਾਨਕ ਮੇਰੇ ਬਾਬਿਆ ਤੈਨੂੰ ਕਿੰਜ ਸੁਣਾਵਾਂ ਹਾਲ, ਕਿੰਜ ਤੇਰੀ ਨੌਵੀਂ ਜੋਤ ਨੂੰ ਹੈ ਮਾਰੀ ਫੂਕ ਚੰਡਾਲ। ਗੁਰੂ ਤੇਗ ਬਹਾਦਰ ਹੋ ਗਏ ਹਨ ਦਿੱਲੀ ਵਿੱਚ ਸ਼ਹੀਦ, ਪੰਜਾਬ ਹੈ ਬਣਿਆ ਕਰਬਲਾ ਤੇ ਔਰੰਗਜ਼ੇਬ ਯਜ਼ੀਦ। ਤੇ ਔਰੰਗਜ਼ੇਬ ਹੈ ਬਾਦਸ਼ਾਹ ਜਾਂ ਬੁਚੜਾਂ ਦਾ ਸਰਦਾਰ, ਇਹਨੇ ਥਾਂ ਥਾਂ ਕਤਲੇਆਮ ਦਾ ਹੈ ਕੀਤਾ ਗਰਮ ਬਾਜ਼ਾਰ। ਤੇਰੀ ਭਗਤੀ ਦੇ ਵਿੱਚ ਸਾਹਿਬਾ ਅੱਜ ਸ਼ਕਤੀ ਲੱਗਾ ਪਾਉਣ, ਤੇਰੀ ਭਗਤੀ ਦੇ ਵਿੱਚ ਸਾਹਿਬਾ ਅੱਜ ਸ਼ਕਤੀ ਲੱਗਾ ਪਾਉਣ। ਤੇਰੇ ਰਸਤੇ ਉੱਤੇ ਟੋਰ ਕੇ ਰਾਹ ਲੱਗਾ ਨਵੀਂ ਬਣਾਉਣ। ਤੂੰ ਦੱਸਿਆ ਜੋ ਆਦਰਸ਼ ਹੈ ਉਹਨੂੰ ਚੜੋ ਨਿਰਾਲੀ ਆਬ, ਹੁਣ ਐਸਾ ਸਿੱਖ ਮੈਂ ਸਾਜਣਾ ਨਹੀਂ ਜਿਸਦਾ ਕੋਈ ਜਵਾਬ। ਹੁਣ ਐਸਾ ਸਿੱਖ ਮੈਂ ਸਾਜਣਾ ਨਹੀਂ ਜਿਸਦਾ ਕੋਈ ਜਵਾਬ। ਥੈਂਕ ਯੂ ਜੀ, ਬਿਊਟੀਫੁਲ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਤੁਸੀਂ ਜੀ। ਹਾਂਜੀ, ਮੇਰੀ ਕਵਿਤਾ ਹੈ, ਇਹਦੀ ਸਮੱਸਿਆ ਹੈ ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਹਾਂਜੀ। ਇਸ ਗੜ ਤਲਵਾਰ ਦੀ ਨੋਕ ਉੱਤੇ ਚੜਿਆ ਇਸ਼ਕ ਪ੍ਰਵਾਨ ਹੈ ਖਾਲਸੇ ਦਾ। ਅਸਸ ਚੁੰਮਦਾ ਫਾਂਸੀਆਂ ਸੂਲੀਆਂ ਨੂੰ, ਜੇਰਾ ਕਿੰਨਾ ਬਲਵਾਨ ਹੈ ਖਾਲਸੇ ਦਾ। ਤਨ ਮਨ ਗੁਰੂ ਤੋਂ ਇਹਦਾ ਵਿਕਿਆ ਏ, ਸੱਚੇ ਰੱਬ ਤੇ ਮਾਣ ਹੈ ਖਾਲਸੇ ਦਾ। ਜਿਸ ਦਾਤੇ ਨੇ ਜੀਵਨ ਦਾ ਦਾਨ ਦਿੱਤਾ, ਜੀਵਨ ਉਹਨੂੰ ਹੀ ਦਾਨ ਹੈ ਖਾਲਸੇ ਦਾ। ਅਕਾਲ ਪੁਰਖ ਦੀ ਆਪਣੀ ਫੌਜ ਹੈ ਇਹ, ਜੀਵਨ ਸਾਰਾ ਬਲੀਦਾਨ ਹੈ ਖਾਲਸੇ ਦਾ। ਦੇਵੀ ਦੇਵਤੇ ਥਾ ਨਹੀਂ ਪਾ ਸਕਦੇ, ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਗੁਰਮੁਖ ਬਣਿਆ ਗੁਰੂ ਨਾਨਕ ਦੀ ਮਿਹਰ ਦੇ ਨਾਲ, ਦੇਵੀ ਦੌਲਤਾਂ ਨਾਲ ਮਾਲੋ ਮਾਲ ਹੋਇਆ। ਕੱਟੇ ਰੂਹ ਇਸ ਨੇ, ਰੂਹ ਦੇ ਸਫ਼ਰ ਔਖੇ, ਉੱਚਾ ਇਸ ਦਾ ਬੜਾ ਇਕਬਾਲ ਹੋਇਆ। ਮੀਰੀ ਪੀਰੀ ਨੇ ਇਸ ਨੂੰ ਰੰਗ ਦਿੱਤਾ, ਤੱਤੀ ਤਵੀ ਦੇ ਸੇਕ ਨਾਲ ਲਾਲ ਹੋਇਆ। ਚੌਂਕ ਚਾਂਦਨੀ ਦੇ ਅਣਖੀ ਸ਼ੋਲਿਆਂ ਨਾਲ, ਚਿਹਰਾ ਇਸ ਦਾ ਰੱਬੀ ਜਲਾਲ ਹੋਇਆ। ਸਜਿਆ ਖਾਲਸਾ ਜਿਹੜਿਆਂ ਪਲਾਂ ਅੰਦਰ, ਉਹੀ ਘੜੀ ਛਿਨ ਮਾਣ ਹੈ ਖਾਲਸੇ ਦਾ। ਉਹ ਗੁਰ ਗ੍ਰੰਥ ਪੰਥ ਇਹਦੇ ਦੋਵੇਂ ਗੁਰੂ ਹੋ ਗਏ, ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਕਦੀ ਤੇਗਾਂ ਦੀ ਚਮਕ ਦਮਕ ਅੰਦਰ, ਜਗ ਨੇ ਖਾਲਸੇ ਦਾ ਚਮਤਕਾਰ ਦਿੱਠਾ। ਕਦੇ ਦੇਗਾਂ ਚ ਉਬਲਦੇ ਖਾਲਸੇ ਦਾ, ਸਬਰ ਸ਼ੁਕਰ ਨਾਲ ਪੱਕਾ ਕਰਾਰ ਦਿੱਠਾ। ਕਦੇ ਆਤਮਾ ਦੇ ਕਿਸੇ ਵਜਦ ਅੰਦਰ, ਰੰਗ ਸ਼ਹੀਦੀ ਦਾ ਬੇਸ਼ੁਮਾਰ ਡਿੱਠਾ। ਜ਼ਿੰਦਗੀ ਮੌਤ ਚੋਂ ਇਸ ਨੂੰ ਲੱਭਦੀ ਨਹੀਂ, ਆਰੇ ਨਾਲ ਮਲਹਾਰ ਪਿਆਰ ਡਿੱਠਾ। ਸਿਰ ਵਾਰ ਕੇ ਇਸ ਨੇ ਜੋ ਲਿਖਿਆ, ਖੂਨੀ ਇਤਿਹਾਸ ਪ੍ਰਾਣ ਹੈ ਖਾਲਸੇ ਦਾ। ਉਹ ਜੰਗਾਂ ਯੁੱਧਾਂ ਦੇ ਵਿੱਚ ਰੱਬੀ ਜੋਸ਼ ਬਣਿਆ, ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਉੱਚੇ ਬਲਬਲੇ ਉੱਚੇ ਜਜ਼ਬਾਤ ਇਹਦੀ ਸੁਰਤ ਉੱਚੀ, ਉਹ ਇਹਦਾ ਖਿਆਲ ਉੱਚਾ, ਇਹਦੀ ਸੋਚ ਉੱਚੀ, ਇਹਦੀ ਲੋਚ ਉੱਚੀ, ਇਹਦੀ ਰੂਹ ਦਾ ਪੱਧਰ ਕਮਾਲ ਉੱਚਾ। ਇਹਦਾ ਵਿਚਾਰ ਉੱਚਾ ਤੇ ਸੰਸਾਰ ਉੱਚਾ, ਕਰਨੀ ਵਿੱਚ ਬੇਮਿਸਾਲ ਉੱਚਾ। ਇਹਦੀ ਚਾਲ ਉੱਚੀ, ਇਹਦੀ ਕਾਲ ਉੱਚੀ, ਲਿਵ ਲਗਨ ਵਾਲਾ ਜੀਵਨ ਤਾਲ ਉੱਚਾ। ਮਰ ਕੇ ਜੀਣ ਵਾਲੀ ਜੀਵਨ ਜਾਚ ਅੰਦਰ, ਰਿਹਾ ਸਦਾ ਹੀ ਮਾਣ ਹੈ ਖਾਲਸੇ ਦਾ।
ਉਹ ਜਿਹਦੇ ਝੰਡੇ ਜਮਰੌਦ ਤੇ ਝੁਲ ਗਏ ਸੀ। ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਖਾਲਸਾ ਫੌਜ ਤੇ ਖਾਲਸਾ ਗੁਰੂ ਵੀ ਹੈ। ਖਾਲਸਾ ਦੇਸ਼ ਦਾ ਪਹਿਰੇਦਾਰ ਵੀ ਹੈ। ਇਹ ਮਰਜੀਵੜਾ ਜ਼ਿੰਦਾ ਸ਼ਹੀਦ ਵੀ ਹੈ। ਇਹਦੀ ਸੁਰਤ ਵਿੱਚ ਗੁਰੂ ਝਲਕਾਰ ਵੀ ਹੈ। ਖਾਲਸਾ ਵਾਹਿਗੁਰੂ ਦਾ ਸ਼ਕਤੀ ਉਸ ਦੀ ਹੈ। ਇਹਦੀ ਫਤਿਹ ਨਾਲ ਪੱਕਾ ਕਰਾਰ ਵੀ ਹੈ। ਉਹ ਸੀਨੇ ਇਸ ਦੇ ਸਿਦਕ ਵਿਸ਼ਵਾਸ ਵੀ ਹੈ ਤੇ ਰਣਜੀਤ ਨਗਾਰਾ ਗੁਜ਼ਾਰ ਵੀ ਹੈ। ਦੇਖ ਦੇ ਫਤਿਹ ਜੀਤ ਪੰਥ ਦੀਏ ਬਣਿਆ ਦੇਵੀ ਫਰਮਾਨ ਹੈ ਖਾਲਸੇ ਦਾ। ਉਹ ਦੇਵੀ ਜੋਸ਼ ਤੇ ਜਾਓ ਜਲਾਲ ਕਰਕੇ ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਮਾਹੀ 10ਵੇਂ ਗੁਰੂ ਗੋਬਿੰਦ ਵਾਂਗੂ ਬਾਦਸ਼ਾਹ ਵੀ ਹੈ ਦਰਵੇਸ਼ ਵੀ ਹੈ। ਉਹ ਰਹਿੰਦਾ ਸਦਾ ਸੁਖਮਨੀ ਦੇ ਰੰਗ ਅੰਦਰ ਪਰ ਉਪਕਾਰ ਲਈ ਤਪਦਾ ਹਮੇਸ਼ ਵੀ ਹੈ। ਰਤ ਪੀਣੇ ਖੁਖਾਰ ਜਾਬਰਾ ਸੰਗ ਰਹਿੰਦਾ ਐਸਾ ਸਦਾ ਕਲੇਸ਼ ਵੀ ਹੈ। ਰਾਖਾ ਇਸ ਦਾ ਆਪ ਅਕਾਲ ਵੀ ਹੈ। ਰਾਖਾ ਇਸ ਦਾ ਸ੍ਰੀ ਦਸ਼ਮੇਸ਼ ਵੀ ਹੈ। ਘੜਿਆ ਗਿਆ ਸ਼ਬਦ ਟਕਸਾਲ ਵਿੱਚੋਂ ਸ਼ਬਦ ਗੁਰੂ ਫਰਮਾਨ ਹੈ ਖਾਲਸੇ ਦਾ। ਉਹ ਜਿਹਦੀ ਸੀਮਾ ਦਾ ਪਾਰਾਵਾਰ ਕੋਈ ਨਹੀਂ। ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਤੋ ਆਖਰੀ ਹੈ ਤੇ ਨਾਦਰ ਕਈ ਅਬਦਾਲੀ ਤੇ ਮੀਰ ਮਨੂੰ ਮਿਟ ਗਏ ਮਟਾਉਂਦੇ ਖਾਲਸੇ ਨੂੰ। ਨਾਦਰ ਕਈ ਅਬਦਾਲੀ ਤੇ ਮੀਰ ਮਨੂੰ ਮਿਟ ਗਏ ਮਟਾਉਂਦੇ ਖਾਲਸੇ ਨੂੰ। ਓਏ ਆਸਣ ਇਸ ਦਾ ਨਾ ਹਿਲਾ ਸਕੇ ਹਿਲ ਗਏ ਹਿਲਾਉਂਦੇ ਖਾਲਸੇ ਨੂੰ। ਉਹ ਘੱਲੂ ਘਾਰੇ ਬਟਵਾਰੇ ਨਾ ਰੋਕ ਸਕੇ ਹੁੰਦੇ ਦੂਣ ਸਿਵਾਏ ਖਾਲਸੇ ਨੂੰ। ਤਖਤੋ ਤਾਜ ਵੀ ਸਮੇਂ ਨੇ ਪੇਸ਼ ਕੀਤੇ ਸੂਲੀ ਉੱਤੇ ਮੁਸਕਾਉਂਦੇ ਖਾਲਸੇ ਨੂੰ। ਤਖਤੋ ਤਾਜ ਵੀ ਸਮੇਂ ਨੇ ਪੇਸ਼ ਕੀਤੇ ਸੂਲੀ ਉੱਤੇ ਮੁਸਕਾਉਂਦੇ ਖਾਲਸੇ ਨੂੰ। ਖਾਲਸਾ ਕਾਫਲਾ ਹੈ ਅੱਗੇ ਵਧਣ ਵਾਲਾ ਕਲਗੀ ਧਰ ਅਗਵਾਨ ਹੈ ਖਾਲਸੇ ਦਾ। ਵਾਸੂ ਇਸ ਵਿੱਚ ਜ਼ਰਾ ਵੀ ਸ਼ੱਕ ਨਹੀਂ ਹੈ। ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਊਟੀਫੁਲ ਬਹੁਤ ਅੱਛੀ ਹੈ ਜੀ। ਕਮਾਲ ਹੀ ਕਰਤੀ ਤੁਸੀਂ ਤਾਂ। ਹਾਂਜੀ ਬੜਾ ਹੀ ਐਨ ਪੂਰੇ ਕਵੀ ਦੇ ਜਿਹੜੇ ਵਲਵਲੇ ਹੁੰਦੇ ਜਿਹੜੀ ਸੋਚ ਹੁੰਦੀ ਜਿਹੜੀਆਂ ਉਡਾਨਾਂ ਹੁੰਦੀਆਂ ਨਾ ਉਹ ਕਿਤੇ ਹੋਰ ਹੀ ਤਲ ਤੇ ਲੈ ਜਾਂਦੀਆਂ ਨੇ ਜੀਵਾਂ ਨੂੰ। ਹਾਂਜੀ ਇਹ ਜਦੋਂ ਸੁਣਦੇ ਹੋ। ਮਿਹਰਬਾਨੀ ਮਿਹਰਬਾਨੀ ਜੀ। ਥੈਂਕ ਯੂ। ਤੇ ਡਾਕਟਰ ਜਨਕ ਸਿੰਘ ਜੀ ਤੁਸੀਂ ਵੀ ਕੁਛ ਹੈ ਤੁਹਾਡੇ ਪਾਸ ਕੋਈ ਕਵਿਤਾ ਦੇ ਰੂਪ ਦੇ ਵਿੱਚ ਜਾਂ ਕੋਈ ਹੋਰ ਪੇਸ਼ ਕਰਨ ਲਈ? ਮੈਂ ਸੋਚ ਰਿਹਾ ਸੀ ਕਿ ਕੀ ਪੇਸ਼ ਕਰਾਂ। ਹਾਂਜੀ ਜ਼ਫਰਨਾਮਾ ਪੜ੍ਹਿਆ ਸੀ ਜਦੋਂ। ਹਾਂਜੀ ਮੈਂ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਸੀਗਾ ਉਹਦੇ ਵਿੱਚ ਉਹਨੂੰ ਝੂਠ ਤੋਂ ਉੱਪਰ ਉੱਠ ਕੇ ਸੱਚ ਵਾਲੇ ਪਾਸੇ ਜਾਣ ਵਾਸਤੇ ਜਿਹੜਾ ਉਹਨਾਂ ਨੇ ਸੰਦੇਸ਼ ਭੇਜਿਆ ਉਸਨੂੰ ਉਹਦਾ ਮੈਂ ਪੰਜਾਬੀ ਚ ਟ੍ਰਾਂਸਲੇਸ਼ਨ ਕੀਤਾ ਹੋਇਆ। ਵਾਹ ਜੀ ਵਾਹ। ਸੁਣਾ ਦਿਆਂ ਮੈਂ? ਹਾਂਜੀ ਮੈਂ ਸ਼ੇਅਰ ਕਰਦਾ ਇੱਥੋਂ ਉੱਥੇ ਫਿਰ ਪੜ੍ਹ ਲਾਂਗਾ। ਠੀਕ ਹੈ ਠੀਕ ਹੈ ਜੀ। ਤੁਸੀਂ ਪਾਰਟਿਸਿਪੇਸ਼ਨ ਅਲਾਉ ਕਰੋ ਨਾ। ਹੋਸਟ ਡਿਸੇਬਲਡ ਪਾਰਟਿਸਪੈਂਟ ਸਕਰੀਨ ਤੁਸੀਂ ਸ਼ੇਅਰਿੰਗ ਅਲਾਉ ਕਰੋ। ਤਾਂ ਮੈਂ ਤਾਂ ਨਹੀਂ ਕਰ ਸਕਦਾ ਜੀ। ਇਹ ਕੌਣ ਆ? ਮੇਘਰਾਜ ਸਿੰਘ ਜੀ ਕੈਨ ਯੂ ਡੂ ਇਟ? ਜਮਵੀਰ ਜੀ ਆਰ ਯੂ ਦ ਹੋਸਟ? ਕੈਨ ਯੂ ਡੂ ਇਟ? Megraj Singh will have to do it. ਮੇਘਰਾਜ ਸਿੰਘ ਜੀ ਆਰ ਯੂ ਦੇਅਰ? We'll wait. ਚਲੋ ਫਿਰ ਉਹਨਾਂ ਚ ਰਮਨ ਨੂੰ ਕਰ ਲੈਣ ਦਿਓ। ਠੀਕ ਹੈ ਜਦੋਂ ਆ ਗਏ ਮੇਘਰਾਜ ਸਿੰਘ ਹੁਣੀ ਤੁਹਾਨੂੰ ਉਦੋਂ ਫਿਰ ਕਰਾ ਦੇਾਂਗੇ। ਹਾਂਜੀ ਮੈਂ ਆਪ ਜੀ ਨੂੰ ਮੇਲ ਕਰ ਦੇਵਾਂਗਾ ਤੁਸੀਂ ਡਿਸਪਲੇ ਕਰ ਦੇਣਾ ਉਹਨਾਂ ਨੂੰ ਡਿਸਪਲੇ ਕਰ ਦੇਣਾ। ਹਾਂਜੀ ਉਹਨੂੰ ਉਹ ਬਾਅਦ ਹੀ ਕਰ ਲਾਂਗੇ। ਸੁਣ ਲਈਏ ਪਹਿਲੇ ਡਾਕਟਰ। ਹਾਂਜੀ ਚਲੋ ਇਨ ਦਾ ਮੇਨ ਟਾਈਮ ਜਦੋਂ ਮੇਘਰਾਜ ਸਿੰਘ ਹੁਣੀ ਆ ਗਏ ਉਹਨਾਂ ਨੂੰ ਫਿਰ ਉਸ ਵੇਲੇ ਤੁਹਾਡਾ ਕਰਾ ਦੇਾਂਗੇ। ਤੇ ਹਾਂਜੀ ਹੁਣ ਮੈਂ ਕਹਿ ਰਿਹਾ ਰਮਨਦੀਪ ਕੌਰ ਨੂੰ ਜੀ ਆਇਆਂ ਨੂੰ ਬੇਟਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੀ ਸਚਿਆਰ ਮਨੁੱਖ ਦੀ ਘਾਟ ਸੀ ਉਹਦੀ ਜਿਹੜੀ ਸੰਪੂਰਨਤਾ ਸੀ ਸਿਖਰ ਸੀ ਉਹ ਖਾਲਸੇ ਦੀ ਸਿਰਜਣਾ ਦੇ ਰੂਪ ਦੇ ਵਿੱਚ ਆਈ। ਖਾਲਸੇ ਦਾ ਆਦਰਸ਼ ਵਿਸਾਖੀ ਦਾ ਸੁਨੇਹਾ ਜਿਹੜਾ ਹੈ ਉਹਨੂੰ ਡੈਡੀਕੇਟ ਕਰ ਰਹੇ ਹਾਂ ਅੱਜ ਦਾ ਪ੍ਰੋਗਰਾਮ। ਤੇ ਤੁਸੀਂ ਆਪਣੇ ਵਿਚਾਰ ਦੇ ਪ੍ਰੋਗਰਾਮ। ਥੈਂਕ ਯੂ। ਹਾਂਜੀ ਅੰਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਗਟ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਵਿਸਾਖੀ ਦੀਆਂ ਵੀ ਬਹੁਤ ਬਹੁਤ ਵਧਾਈਆਂ। ਤੇ ਮੈਂ ਜਿਹੜਾ ਵਿਚਾਰ ਸਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਇੱਕ ਬੜਾ ਛੋਟਾ ਜਿਹਾ ਨੁਕਤਾ ਹੈ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਤੇ
ਮੈਨੂੰ ਮਤਲਬ ਪੜ੍ਹਦੇ ਹੋਏ ਜਦੋਂ ਮੈਂ ਹੋਰ ਰਾਈਟਰਸ ਨੂੰ ਹੋਰ ਰਿਸਰਚਰਸ ਨੂੰ ਪੜ੍ਹਿਆ ਤੇ ਮੈਨੂੰ ਇਦਾਂ ਲੱਗਾ ਕਿ देयर पॉइंट वाज ਕਿ ਖਾਲਸਾ ਸਾਜਿਆ ਨਹੀਂ ਗਿਆ, ਖਾਲਸਾ ਪ੍ਰਗਟ ਕੀਤਾ ਮਹਾਰਾਜ ਨੇ। ਸੋ ਉਹਨਾਂ ਦੇ ਪਿੱਛੇ ਕੀ ਲੌਜਿਕ ਸੀਗਾ, ਉਹ ਕਹਿੰਦੇ ਕਿ ਖਾਲਸਾ ਦੀ ਸਾਜਨਾ ਤਾਂ ਗੁਰੂ ਨਾਨਕ ਮਹਾਰਾਜ ਤੋਂ ਹੀ ਸਟਾਰਟ ਹੋ ਗਈ ਸੀ। ਸੋ ਇਟ ਵਾਸ ਜਸਟ ਪ੍ਰੋਸੈਸ ਦੈਟ ਵਾਸ ਗੋਇੰਗ ਔਨ। ਤੇ ਮਹਾਰਾਜ ਨੇ ਜਿਸ ਤਰ੍ਹਾਂ ਇੱਕ ਕਵੀ ਹੈ ਜਾਂ ਇੱਕ ਪੇਂਟਰ ਹੈ, ਉਹ ਪੇਂਟਿੰਗ ਬਣਾ ਰਿਹਾ ਜਾਂ ਕਵੀ ਕਵਿਤਾ ਲਿਖ ਰਿਹਾ, ਜਦੋਂ ਉਹਨੂੰ ਲੱਗਦਾ ਹੈ ਕਿ ਵੀ ਹਾਂ ਹਲੇ ਕਵਿਤਾ ਜਿਹੜੀ ਹੈ ਇਨ ਪ੍ਰੋਸੈਸ ਹੈ ਤੇ ਉਹ ਉਹਨੂੰ ਪਬਲਿਸ਼ ਨਹੀਂ ਕਰਦਾ ਜਾਂ ਪੇਂਟਿੰਗ ਨੂੰ ਪਬਲਿਸ਼ ਨਹੀਂ ਕਰਦਾ। ਸੋ ਮੈਨੂੰ ਐਵੇਂ ਲੱਗਦਾ ਹੈ ਕਿ ਦ ਸੇਮ ਅਪਲਾਈਜ਼ ਟੂ ਖਾਲਸਾ। ਖਾਲਸੇ ਦੀ ਸਿਰਜਣਾ ਜਿਹੜੀ ਸੀਗੀ ਉਹ ਹੋ ਚੁੱਕੀ ਸੀਗੀ, ਉਹ ਪ੍ਰਗਟ ਹੋਣ ਦਾ ਜਿਹੜਾ ਸੀਗਾ ਟਾਈਮ ਉਹ 10ਵੇਂ ਗੁਰੂ ਦੇ ਟਾਈਮ ਤੇ ਮਹਾਰਾਜ ਨੇ ਚੂਜ਼ ਕੀਤਾ। ਤੇ ਉਸ ਦੇ ਵਿੱਚ ਕਿੰਨੇ ਹੀ ਸਟੈਪਸ ਆਏ ਨੇ, ਜਿੱਦਾਂ ਗੁਰੂ ਨਾਨਕ ਮਹਾਰਾਜ ਨੇ ਉਹਦੇ ਵਿੱਚ ਆਪਣੇ ਤਰੀਕੇ ਦੀ ਕੰਟਰੀਬਿਊਸ਼ਨ ਕੀਤੀ, ਨੈਕਸਟ ਗੁਰੂਆਂ ਨੇ ਆਪਣੇ ਤਰੀਕੇ ਦੀ ਕੰਟਰੀਬਿਊਸ਼ਨ ਕੀਤੀ। ਤੇ ਜਿਹੜੀ ਮੈਨੂੰ ਬਹੁਤ ਅਹਿਮ ਕੰਟਰੀਬਿਊਸ਼ਨ ਲੱਗੀ ਇਸ ਦੇ ਵਿੱਚ, ਉਹ ਲੱਗੀ ਕਿ ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ। ਸੋ ਮੈਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਦੈਟ ਵਾਸ ਦ ਪੁਆਇੰਟ ਜਿਹਦੇ ਵਿੱਚ ਉਹ ਮਹਾਰਾਜ ਨੇ ਇੱਕ ਸੰਕੇਤ ਦਿੱਤਾ ਕਿ ਸ਼ਾਇਦ ਹਾਂ ਹੁਣ ਟਾਈਮ ਆ ਗਿਆ ਖਾਲਸੇ ਨੂੰ ਪ੍ਰਗਟ ਕਰਨਾ ਪਏਗਾ। ਤੇ ਉਸ ਦੇ ਜਿਹੜੀ ਸ਼ਹੀਦੀ ਦੇ ਮੌਕੇ ਤੇ ਜਿਹੜੇ ਮਹਾਰਾਜ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਨ ਦੇ ਵਲਵਲੇ ਹੋਣਗੇ, ਉਹ ਕਿਸੇ ਪੋਇਟ ਨੇ ਆਪਣੀ ਕਵਿਤਾ ਦੇ ਵਿੱਚ ਲਿਖੇ ਨੇ। ਤੇ ਮੈਂ ਉਹ ਕਵਿਤਾ ਸ਼ੇਅਰ ਕਰਨ ਲੱਗੀ ਹਾਂ ਫਰੋਮ ਦਿਸ ਪੁਆਇੰਟ ਆਫ ਵਿਊ ਕਿ ਮਹਾਰਾਜ ਨੇ ਸੰਕੇਤ ਵਜੋਂ ਕਿ ਵੀ ਹੁਣ ਟਾਈਮ ਜਿਹੜਾ ਹੈ ਉਹ ਆਏਗਾ ਜਦੋਂ ਖਾਲਸਾ ਪ੍ਰਗਟ ਹੋਏਗਾ ਤੇ ਖਾਲਸੇ ਨੂੰ ਪ੍ਰਗਟ ਕਰਨਗੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਉਹ ਕਵਿਤਾ ਐਵੇਂ ਹੈ, ਮਹਾਰਾਜ ਜਿਹੜੇ ਹੈਗੇ ਨੇ ਗੁਰੂ ਤੇਗ ਬਹਾਦਰ ਮਹਾਰਾਜ, ਉਹ ਜਦੋਂ ਸ਼ਹੀਦੀ ਦੇਣ ਲੱਗਦੇ ਨੇ ਤਾਂ ਉਹਨਾਂ ਦੇ ਮਨ ਦੇ ਵਲਵਲੇ ਕੀ ਨੇ, ਉਹ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਕਿਵੇਂ ਕਹਿੰਦੇ ਨੇ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ, ਇੱਕ ਨਹੀਂ ਪਰਖ ਲੈ 100 ਤੇਗਾਂ। ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ, ਇੱਕ ਨਹੀਂ ਪਰਖ ਲੈ 100 ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ। ਮੈਨੂੰ ਤੇਗ ਬਹਾਦਰ ਦਾ ਨਕਬ ਮਿਲਿਆ, ਮੇਰੇ ਪਿਤਾ ਨੇ ਪੈਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਦੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਬਿਊਟੀਫੁਲ। ਥੈਂਕ ਯੂ ਜੀ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸ਼ਾਇਦ ਜਿਹੜਾ ਅਸੀਂ ਜਦੋਂ ਸੋਚਦੇ ਹਾਂ ਕਿ ਖਾਲਸਾ ਦਾ ਜਨਮ ਹੋਇਆ, ਖਾਲਸੇ ਦਾ ਜਨਮ ਤਾਂ ਬਹੁਤ ਪਹਿਲਾਂ ਹੋ ਚੁੱਕਾ ਸੀ, ਖਾਲਸਾ ਪ੍ਰਗਟ ਹੋਇਆ। ਸੋ ਆਪ ਸਾਰਿਆਂ ਨੂੰ ਖਾਲਸੇ ਦੇ ਪ੍ਰਗਟ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਜਿਹੜਾ ਕਵੀ ਨੇ ਤੇਗ ਦਾ ਜਿਹੜਾ ਤੇਗ ਨੂੰ ਕਿਸ ਢੰਗ ਦੇ ਵਿੱਚ ਉਹ ਤੇਗ ਰੂਪੀ ਸ਼ਬਦ ਜਿਹੜਾ ਵਰਡ ਸੀ ਉਹਨੂੰ ਕਿਵੇਂ ਯੂਜ਼ ਕੀਤਾ, ਅਲੰਕਾਰ ਦੇ ਕੇ ਤੇ ਉਦਾਹਰਨਾਂ ਦੇ ਕੇ, ਬਿਊਟੀਫੁਲੀ ਸੈਡ। ਬਹੁਤ ਅੱਛਾ, ਇਹ ਚ ਕੋਈ ਸ਼ੱਕ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਾਨਕ ਨਿਰਮਲ ਪੰਥ ਦੀ ਸਾਜਨਾ ਜਗਤ ਗੁਰੂ ਬਾਬੇ ਨਾਨਕ ਤੋਂ ਸ਼ੁਰੂ ਹੋ ਗਈ ਸੀ, ਇਹ ਚ ਕੋਈ ਸ਼ੱਕ ਨਹੀਂ, ਉਹ ਪ੍ਰਗਟਾਇਆ ਹੈ। ਪਰ ਅਸੀਂ ਪਿਆਰ ਨਾਲ ਸਿਰਜਣਾ ਦਿਵਸ ਕਹਿ ਦਿੰਦੇ ਹਾਂ, ਪ੍ਰਗਟ ਦਿਹਾੜਾ ਵੀ ਬੋਲ ਦਿੰਦੇ ਹਾਂ, ਅਲੱਗ-ਅਲੱਗ ਭਾਵਾਂ ਦੇ ਵਿੱਚ ਲਫ਼ਜ਼ ਸ਼ਬਦਾਵਲੀ ਦੇ ਵਿੱਚ ਯੂਜ਼ ਕੀਤਾ ਜਾ ਰਿਹਾ। ਬਟ ਯੂ ਆਰ ਐਬਸੋਲੂਟਲੀ ਕਰੈਕਟ, ਉਹ ਨਿਰਮਲ ਪੰਥ ਗੁਰੂ ਨਾਨਕ ਮਹਾਰਾਜ ਨੇ ਚਲਾਇਆ ਸੀ। ਹਾਂਜੀ, ਮੈਂ ਇੱਕ ਹੋਰ ਪੁਆਇੰਟ ਕਹਿਣਾ ਚਾਹੁੰਦੀ ਹਾਂ ਕਿ ਕੁਝ ਦਿਨ ਪਹਿਲਾਂ ਮੇਰੀ ਕੰਪਨੀ ਨੇ ਨਾ, ਸੇਲਸਫੋਰਸ ਮੇਰੀ ਕੰਪਨੀ ਹੈ, ਉਹਨਾਂ ਨੇ ਫਸਟ ਟਾਈਮ ਵਿਸਾਖੀ ਸੈਲੀਬ੍ਰੇਟ ਕੀਤੀ ਆਫੀਸ਼ੀਅਲੀ। ਤੇ ਉਹਦੇ ਵਿੱਚ ਨਾਨ ਸਿੱਖ ਬੈਕਗ੍ਰਾਉਂਡ ਦੇ ਬਹੁਤ ਪਾਰਟਿਸਿਪੈਂਟ ਸੀਗੇ। ਤੇ ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਖਾਲਸਾ ਜਿਹੜਾ ਸੀਗਾ ਉਸ ਵੇਲੇ ਮਹਾਰਾਜ ਨੇ ਪ੍ਰਗਟ ਕੀਤਾ, ਜਦੋਂ ਜਿਹੜੀ ਸੋਸ਼ਲ ਸਟਰਕਚਰ ਸੀਗਾ ਉਹ ਇੰਨਾ ਬੁਰਾ ਸੀਗਾ ਕਿ ਲਾਈਕ ਜਿਹੜੇ ਬ੍ਰਾਊਨ ਪ੍ਰੋਡਨ ਸੀਗੇ ਜਾਂ ਜਿਹੜੇ ਵੀਕ ਸੈਕਸ਼ਨਸ ਆਫ ਦ ਸੋਸਾਇਟੀ ਸੀਗੇ, ਦੇ ਵਰ ਲਾਈਕ ਟ੍ਰੀਟਡ ਸੋ ਬੈਡਲੀ। तो मैनू उस टाइम रियलाइज होया कि भी उन्होंने नॉन सिक्स वास्ते, स्पैशली जो असीं अपने नॉन सिख फ्रेंड्स ना या नॉन सिख पीपल नूं असीं अपने खालसे दे बारे दसदे हां, तो शायद असीं उस वेले ये पॉइंट हाईलाइट नहीं करते कि उस वेले जिहड़ी सोशल कंडीशन सीगी या पोलिटिकल कंडीशन सीगी उस वेले की थी उस एरिया दी। ते उस टाइम दे विच एवें दी चीज लैके आना कि सारे इक्वल ने, no matter ਤੁਹਾਡਾ ਬੈਕਗ੍ਰਾਉਂਡ ਕੀ ਹੈ, no matter ਤੁਹਾਡਾ ਜੈਂਡਰ ਕੀ ਹੈ, no matter where you coming from, everybody is equal. That was a big revolution. ਇੰਨੀ ਮਤਲਬ ਅਗਾਂਹ ਦੀ ਸੋਚ ਮਹਾਰਾਜ ਨੇ ਉਸ ਟਾਈਮ ਦੱਸੀ। ਸੋ ਮੈਨੂੰ ਕਈ ਵਾਰ ਲੱਗਦਾ ਕਿ ਅਸੀਂ ਸਿੱਖ ਉਹ ਚੀਜ਼ ਨੂੰ ਹਾਈਲਾਈਟ ਨਹੀਂ ਕਰਦੇ, ਬਟ ਮੈਨੂੰ ਉਸ ਦਿਨ ਰਿਅਲਾਈਜ਼ ਹੋਇਆ
that is the point which will drive our whole ਜਿਹੜਾ ਅਸੀਂ concept ਸਮਝਾਉਣਾ ਚਾਹੁੰਦੇ ਹਾਂ ਕਿ why it is so special. That makes it special to be a revolutionary, to just go against what the whole world is saying, and then ਇੱਕ ਪੰਥ ਸਾਜ ਦੇਣਾ, ਇੱਕ ਐਸੀ ਕਮਿਊਨਿਟੀ ਜਾਂ ਇੱਕ ਐਸੀ ਕੌਮ ਬਣਾ ਦੇਣੀ ਜਿਹੜੀ ਕਿ ਬਿਲਕੁਲ ਡਰ ਤੋਂ ਰਹਿਤ ਤੇ ਕਮਜ਼ੋਰ ਦੀ ਬਾਂਹ ਫੜਨ ਵਾਲੀ ਤੇ ਆਦਰਸ਼ਾਂ ਤੇ ਚੱਲਣ ਵਾਲੀ। ਤੋ ਇਹ ਬਹੁਤ ਰੈਵੋਲੂਸ਼ਨਰੀ ਸਟੈਪ ਸੀਗਾ ਤੇ ਇਹ ਸ਼ਾਇਦ ਆਪਾਂ ਜਦੋਂ ਗੱਲ ਕਰੀਏ ਤਾਂ ਜ਼ਰੂਰ ਹਾਈਲਾਈਟ ਕਰੀਏ ਕਿ ਮਹਾਰਾਜ ਦੇ ਟਾਈਮ ਤੇ ਕੰਡੀਸ਼ਨ ਸੀ। that is it. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਟੀਫੁਲੀ ਸੈਡ, ਬਹੁਤ ਅੱਛਾ ਹੈ। ਇਸੇ ਕਰਕੇ ਤੁਸੀਂ ਦੇਖੋ ਆ ਜਿਹੜੀ ਪੁਸਤਕ ਵੀ ਆਈ ਸੀ ਕੈਪਟੀਵੇਟਿੰਗ ਦਾ ਹਾਰਟ, ਉਹ ਭਜਨ ਸਿੰਘ ਪਿੰਡਰ ਤੇ ਪੀਟਰ ਫਰੈਡਰਿਕ ਦੀ, ਤੇ ਉਹ ਜੀਵਨ ਕੁਮਾਰ ਮੱਲਾ ਨੇ ਕਿਸਾਨ ਮੋਰਚਾ ਜੋ ਲੱਗਿਆ ਫਾਰਮਰਸ ਪ੍ਰੋਟੈਸਟ ਦੇ ਦੌਰਾਨ, ਉਹਦੇ ਨਾਲ ਮਿਲਾਪ ਹੋਇਆ, ਉਹ ਪੁਸਤਕ ਪੜ੍ਹੀ। ਹੁਣ ਉਹ ਸਾਊਥ ਦੇ ਵਿੱਚ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕਰਕੇ ਵੰਡ ਰਿਹਾ, ਤੇ ਉਹਨੇ ਕਿਹਾ ਮੈਂ 1 ਲੱਖ ਸਿੱਖਾਂ ਨੂੰ ਮੈਂ ਖਾਲਸੇ ਬਣਾਉਣਾ, ਕਿਉਂਕਿ ਉਹ ਜਿਹੜੀ ਊਚ ਨੀਚ ਭੇਦ ਭਾਵ ਤੇ ਜਿਹੜੀ ਡਾਊਨ ਟ੍ਰੋਡਨ ਕਮਿਊਨਿਟੀ ਸੀ, ਜਿਹੜੀ ਉਹਨੂੰ ਸਤਿਕਾਰ ਤੇ ਲਿਆ ਕੇ ਇੱਕ ਵਰਨ ਵੰਡ ਦੇ ਉੱਤੇ ਕਰਾਰੀ ਚੋਟ ਮਾਰ ਕੇ ਮਹਾਰਾਜ ਨੇ ਇੱਕ ਰੂਪ ਦੇ ਵਿੱਚ ਖਾਲਸਾ ਤਿਆਰ ਕਰਤਾ। ਕੱਲਾ ਤਿਆਰ ਹੀ ਨਹੀਂ ਕਰਤਾ, ਨਾਲੇ ਉਹਨਾਂ ਨੇ ਕਹਿਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਵੀ ਮੇਰੇ ਵਿੱਚ ਖਾਲਸਾ, ਮੇਰੇ ਸਾਸ, ਮੇਰੇ ਸਵਾਸ, ਮੇਰਾ ਸਰੀਰ, ਮੇਰੀ ਜਿੰਦ, ਮੇਰੀ ਜਾਨ, ਇਹ ਸਾਰੀ ਖਾਲਸਾ ਹੀ ਹੈ। ਹਾਂਜੀ, ਇਟ ਵਾਜ਼ ਅਮੇਜ਼ਿੰਗ ਰੈਵੋਲੂਸ਼ਨ ਲਾਈਕ ਯੂ ਸੈਡ। ਹਾਂਜੀ, ਪਰ ਸਾਡੇ ਸਿੱਖਾਂ ਦਾ ਦੁਖਾਂਤ ਇਹ ਰਿਹਾ, ਅਸੀਂ ਆਪਣੇ ਤੱਕ ਹੀ ਸੀਮਿਤ ਰੱਖੀ, ਅਸੀਂ ਬਾਹਰਲੇ ਲੋਕਾਂ ਨੂੰ ਵੀ ਆਰ ਨਾਟ ਏਬਲ ਟੂ ਫੁੱਲੀ ਗੁਰੂ ਮਹਾਰਾਜ ਦੇ ਮੈਸੇਜ ਨੂੰ ਕਨਵੇ ਨਹੀਂ ਅਸੀਂ ਕਰ ਸਕੇ, ਕਿਉਂਕਿ ਅਸੀਂ ਖੁਦ ਵੀ ਉਸੇ ਉਹਦੀ ਜਿਹੜੀ ਬਰੋਡ ਡੈਫੀਨੇਸ਼ਨ ਦੇ ਵਿੱਚ ਪੈ ਕੇ ਬਰੋਡ ਇੰਟਰਪ੍ਰੀਟੇਸ਼ਨ ਨੂੰ ਅਸੀਂ ਵੀ ਨਹੀਂ ਚੰਗੀ ਤਰ੍ਹਾਂ ਉਹਨੂੰ ਕਰ ਸਕੇ ਤੇ ਦੱਸ ਸਕੇ ਦੂਜੇ ਲੋਕਾਂ ਨੂੰ। ਹਾਂਜੀ ਡਾਕਟਰ ਇੰਦਰ ਜੀ। ਹਾਂਜੀ ਸੌਰੀ, ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਸਾਡਾ ਸਿੱਖ ਧਰਮ, ਅਸੀਂ ਇਹ ਵੀ ਹਾਈਲਾਈਟ ਕਰ ਸਕਦੇ ਹਾਂ ਕਿ ਸ਼ਾਇਦ ਇਹੀ ਇੱਕ ਨਵੇਕਲਾ ਐਸਾ ਧਰਮ ਹੈ ਜਿੱਥੇ ਅੰਮ੍ਰਿਤ ਦੀ ਦਾਤ ਦੇਣ ਵਾਲਾ ਗੁਰੂ ਖੁਦ ਖਾਲਸੇ ਨੂੰ ਕਹਿ ਰਿਹਾ ਕਿ ਹੁਣ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਮਤਲਬ ਹਾਂਜੀ, ਸੋ ਕਹਿਣ ਦਾ ਭਾਵ ਆ ਕਿ ਨੈਵਰ ਐਵਰ ਇਨ ਹਿਸਟਰੀ ਆਫ ਐਨੀ ਰਿਲੀਜਨ ਜਿਹੜਾ ਦੇਣ ਵਾਲਾ, ਦਾਤ ਦੇਣ ਵਾਲਾ ਜਿਹੜਾ ਉਸ ਰਿਲੀਜਨ ਦਾ ਗੁਰੂ ਜਾਂ ਪ੍ਰੋਫਿਟ ਹੋਵੇ, ਉਹ ਦਾਤ ਵਾਪਸ ਆਪਣਾ ਕਵੇ ਕਿ ਮੇਰੀ ਵੀ ਪੂਰਤੀ ਤਾਂ ਹੀ ਹੈ ਜੇ ਮੈਨੂੰ ਵੀ ਇਹ ਦਾਤ ਮਿਲੇਗੀ। ਸੋ ਦਿਸ ਵਾਜ਼ ਵੈਰੀ ਲਾਈਕ ਨਿਊ ਐਂਡ ਵੈਰੀ ਰੈਵੋਲੂਸ਼ਨਰੀ ਥਿੰਗ। ਤੇ ਉਸ ਤੋਂ ਮਹਾਰਾਜ ਨੇ ਇਹ ਵੀ ਦੜਾਇਆ ਕਿ ਅੰਮ੍ਰਿਤ ਕਿੰਨਾ ਜ਼ਰੂਰੀ ਹੈ। ਜੇ ਅੰਮ੍ਰਿਤ ਜ਼ਰੂਰੀ ਹੈ, ਉਹ ਇੰਨਾ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਅੰਮ੍ਰਿਤ ਦੀ ਜ਼ਰੂਰਤ ਹੈ। ਸੋ ਇਟ ਇਜ਼ not anything that could be optional, it is a must for every ਗੁਰਸਿੱਖ। and ਜੇ ਆਪਾਂ ਉਹਨੂੰ ਕਈ ਵਾਰੀ ਕਹਿ ਦਿੰਦੇ ਆ ਕਿ ਜੀ ਨਹੀਂ ਗੁਣ ਹੋਣੇ ਚਾਹੀਦੇ ਨੇ, it's not like that much important. No, it is important. It is so important that the Guru himself had to ask for that gift of Amrit. So ਇਹ supreme gift ਹੈ। ਸਾਨੂੰ ਸ਼ੁਕਰ ਕਰਨਾ ਚਾਹੀਦਾ ਕਿ ਅਸੀਂ ਮਹਾਰਾਜ ਨੇ ਸਾਨੂੰ ਗੁਰਸਿੱਖਾਂ ਦੇ ਘਰ ਪੈਦਾ ਕੀਤਾ ਤੇ ਅਸੀਂ ਉਸ ਦਾਤ ਨੂੰ ਵੀ ਆਰ ਲੱਕੀ ਕਿ ਵੀ ਸਾਨੂੰ ਮਿਲੀ ਆ, ਤੇ ਅਸੀਂ ਉਸਨੂੰ ਕਦਰ ਕਰੀਏ ਤੇ ਮਹਾਰਾਜ ਦੇ ਦੱਸੇ ਹੋਏ ਬੁਰਨਿਆਂ ਤੇ ਚੱਲੀਏ, ਆਪਣਾ ਜੀਵਨ ਜਿਹੜਾ ਹੈ ਉਹ ਉਸ ਲੈਗੇਸੀ ਦੇ ਨਾਲ ਅਲਾਈਨ ਕਰੀਏ ਜਿਹੜੀ ਮਹਾਰਾਜ ਸਾਨੂੰ ਬਖਸ਼ੀ ਆ। ਥੈਂਕ ਯੂ ਜੀ। ਵਾਹਿ ਖਾਲਸਾ ਵਾਹਿ ਜੀ। ਬਾਕੀ ਇਹ ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਬਾਹਰਲੀ ਤੇ ਅੰਦਰਲੀ ਰਹਿਤ ਹੈ, ਜਿਹੜੀ ਦਿੱਖ ਬਾਹਰਲੀ ਤੇ ਅੰਦਰਲੀ, ਜਿੱਥੇ ਰੱਬੀ ਗੁਣਾਂ ਦਾ ਪ੍ਰਵੇਸ਼ ਆ ਉਹਦੇ ਨਾਲ ਜਿਹੜੀ ਬਾਹਰਲੀ ਪੰਜ ਕਕਾਰੀ, ਦਸਤਾਰਧਾਰੀ, ਕੇਸਾਧਾਰੀ ਜਿਹੜੀ ਰਹਿਤ ਆ, ਇਹ ਵੀ ਬੜੀ ਜ਼ਰੂਰੀ ਹੈ। ਮਹਾਰਾਜ ਨੇ ਜਿਹੜੀ ਸਾਨੂੰ ਦੱਸੀ ਹੈ, ਆਪਾਂ ਇਹਦੇ ਬਾਰੇ ਵੀ ਜ਼ਿਕਰ ਕਰਾਂਗੇ। ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਵਾਸੂ ਸਾਹਿਬ, ਤੁਸੀਂ ਹੱਥ ਖੜਾ ਕੀਤਾ ਸੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇਹ ਮਿਹਰਬਾਨੀ ਆਪ ਜੀ ਦੀ। ਇਹਨਾਂ ਨੇ ਬੀਬਾ ਨੇ ਜੋ ਪੁਆਇੰਟ ਉਠਾਇਆ ਹੈ ਕਿ ਜਿਹੜਾ ਖਾਲਸਾ ਹੈ ਉਹ ਰਬੀਲੀਅਸ ਨੇਚਰ ਦਾ ਹੈ। ਉਹਨੇ ਜੋ ਵੀ ਸਥਾਪਤੀ ਹੈ, ਜ਼ਾਰ ਪਾਤ ਦੀ ਸਥਾਪਤੀ, ਜੋ ਵੀ ਉੱਚੇ ਨੀਵੇਂ ਦੀ ਸਥਾਪਤੀ ਸੀ, ਉਹਦੇ ਵਿਰੁੱਧ ਰਬੀਲੀਅਨ ਕੀਤੀ ਹੈ। ਇਹ ਖਾਲਸਾ ਜਿਹੜਾ ਹੈ, ਮੁਗਲੀਆ ਜਿਹੜੀ ਜ਼ੁਲਮ ਹੈ, ਉਹਦੇ ਵਿਰੁੱਧ ਇੱਕ ਜੰਗ ਦਾ ਬਿਗਲ ਹੈ। ਔਰ ਜਿਹੜਾ ਇੱਕ ਗਿਆਨੀ ਗਿਆਨ ਸਿੰਘ ਨੇ ਲਿਖਿਆ ਨਾ ਕਿ ਦੰਗਾ ਹੀ ਇਨ ਗੁਰ ਤੇ ਮੰਗਾ, ਜਾਤ ਕਾਤ ਸਿੰਘਨ ਕੀ ਦੰਗਾ। ਸਿੰਘਾਂ ਦੀ ਜੋ ਰਬੀਲੀਅਸ ਨੇਚਰ ਹੈ, ਦੰਗੇ ਤੋਂ ਮਤਲਬ ਹੈ ਰਬੀਲੀਅਸ ਨੇਚਰ। ਜਾਤ ਤੇ ਗੋਤ ਖਾਲਸੇ ਦੀ ਰਬੀਲੀਅਸ ਨੇਚਰ ਦੀ ਹੈ, ਬਾਗੀਪੁਣੇ ਦੀ ਹੈ। ਔਰ ਦੰਗਾ ਹੀ ਗੁਰ ਤੇ ਮੰਗਾ, ਗੁਰੂ ਤੋਂ ਵੀ ਖਾਲਸੇ ਨੇ ਇਹੀ ਮੰਗਿਆ ਸੀ ਕਿ ਗੁਰੂ ਜੀ ਮੈਨੂੰ ਸਮੇਂ ਦੀਆਂ ਜੋ ਸਥਾਪਿਤ ਕੀਮਤਾਂ ਨੇ ਉਹਨਾਂ ਨਾਲ ਟਕਰਾਉਣ ਲਈ ਰਬੀਲੀਅਸ ਨੇਚਰ ਦਿਓ, ਮੈਨੂੰ ਦੰਗਾ ਹੀ ਦਿਓ। ਦੰਗੇ ਤੋਂ ਭਾਵ ਹੈ ਰਬੀਲੀਅਸ ਨੇਚਰ।
ਬਾਗੀਆਨਾ ਸੁਭਾਅ ਜਿਹੜਾ ਹੈ, ਖਾਲਸੇ ਨੇ 11 ਕਿਸਮ ਦੀਆਂ ਗੁਲਾਮੀਆਂ ਮੈਂ ਗਿਣੀਆਂ ਨੇ ਇੱਕ ਜਗ੍ਹਾ, ਜਿੱਥੋਂ ਖਾਲਸੇ ਨੇ ਮੁਕਤੀ ਪਾਈ ਹੈ। ਜਿਵੇਂ ਮਜ਼ਹਬੀ ਕਰਮਕਾਂਡ, ਦੰਭ ਕਪਟ ਤੇ ਠੱਗੀ, ਕਿਰਤ ਦੀ ਲੁੱਟ, ਗਰੀਬ ਦਾ ਖੂਨ ਅਮੀਰ ਨਾ ਪੀਵੇ, ਜਾਤ ਪਾਤੀ ਬੰਧਨ, ਝੂਠਾ ਭ੍ਰਿਸ਼ਟ ਰਾਜ ਪ੍ਰਬੰਧ, ਡੰਡੇ ਦੀ ਜ਼ੋਰ ਨਾਲ ਲੁੱਟ-ਕੁੱਟ ਕਰਨੀ ਔਰ ਮਨੁੱਖੀ ਹੱਕਾਂ ਨੂੰ ਮੰਗਣ ਤੇ ਮੌਤ ਦੇਣੀ, ਨਿਰਬਲ ਨੂੰ ਤਾਕਤਵਰ ਹੋਣ ਦਾ ਬਲ ਬਖਸ਼ਿਆ ਔਰ ਵਹਿਮਾਂ ਭਰਮਾਂ ਤੋਂ ਉਹਨਾਂ ਖਲਾਸੀ ਪਾਈ ਔਰ ਡਿਪੈਂਡੈਂਟ ਨੇਚਰ, ਪਰਜੀਵੀ ਹੋਂਦ, ਕਿਸੇ ਤੇ ਨਿਰਭਰ ਹੋਣਾ, ਉਸ ਤੋਂ ਵੀ ਗੁਰੂ ਸਾਹਿਬ ਨੇ ਮੁਕਤੀ ਦਿੱਤੀ। ਇਸ ਤਰ੍ਹਾਂ ਸਾਡੀ ਬੋਲੀ ਤੇ ਪਹਿਰਾਵੇ ਠੌਂਸੇ ਜਾ ਰਹੇ ਸਨ। तो खालसा जो है वो खालस है और वो रिबेलियस नेचर है उसकी। वो कदी भी ਜਿਹੜੇ ਮਨੁੱਖ ਦੇ ਜਿਹੜੇ ਪਾਏ ਹੋਏ ਬੰਧਨ ਨੇ, ਅਕਾਲ ਪੁਰਖ ਦੇ ਜਿਹੜੇ ਪਰਪਸ ਨੇ, ਉਹਨਾਂ ਦੇ ਖਿਲਾਫ ਜੋ ਵੀ ਚੀਜ਼ ਹੈ, ਖਾਲਸਾ ਉਹਦੇ ਵਿਰੁੱਧ ਬਗਾਵਤ ਕਰਦਾ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ। ਹਾਂਜੀ ਭਰਾ ਜੀ ਜਗਤਾਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਆਵਾਜ਼ ਨਹੀਂ ਆ ਰਹੀ ਚੰਗੀ ਤਰ੍ਹਾਂ। मैं क्या हाँ जी बोलो। मैं क्या पॉइंट्स ते बीबी रमन कौर उन्होंने बड़ा सोहना एक्सप्लेन किया खालसे बारे कि खालसा प्रगट दिवस हैगा। एक्चुअली जिवें इन्होंने कहा कि खालसे की जिहड़ी बेस हैगी वो तो गुरु नानक देव जी तो शुरू हो गई सी, क्योंकि उदों तो ही उन्होंने रेवोल्यूशन लियांदा सीगा। आपां नूं पता जिवें बाबर नूं उन्होंने जाबर कहा, बाकी शब्द आउंदा बाबर बाणी दे विच कल काती राजे कसाई धर्म पंथ कर उड़ रिया। तो उन्हां नूं कसाई कहना एक कोई सौखी चीज नहीं सीगी, लेकिन उन्हां दे टाइम दे उत्ते कुतुबुद्दीन दे टाइम से या उस तो मगरों जिन्हें अपने आए ने होर मुगल जिन्हें साम्राज आया, उन्होंने इन्ना तंग किया कि हिंदुआं नूं जिवें ਉਹ ਲਾਓ ਤੇ ਤੁਸੀਂ ਆਹ ਕਰੋ, धर्म पुस्तक नहीं पढ़ सकते, तुसीं आह नहीं कर सकते, हिंदू मुसलमान बनाओ। तो उन्होंने रिबेलियन का उदों ही शुरू करता सी। उस मगरों सारे गुरु साहिबान ने अपना अपना काम किया ते 10वें पातशाह ने फिर खालसा जिहड़ा हैगा आपां कह दिंदे आ जी साजिया दे एक्चुअली जिवें इन्हां ने कहा कि खालसा प्रगट कीता, मैं कहना खालसा संपूर्ण कीता। 10वें पातशाह ने संपूर्णता लियांदी खालसे दी। तो ये जिहड़ा दिवस हैगा विसाखी का, वो खालसे की संपूर्णता दिवस भी कई लोग कह रहे हैं। संपूर्णता दवाई है खालसे। खालसे का मतलब की है खालस या निरोल, या ये अरबी या फारसी के लफ्ज है तो या एक नवी डेफिनेशन भी कई कहते हैं कि खालसा वो है जिहड़ा कि एक अकाल पुरख दा ही है, सिर्फ वो आपसी रिलेशनशिप दे विच खालसा जिहड़ा हैगा ਆਪਾਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਦਾ ਖਾਲਸਾ ਹੈਗਾ ਤੇ ਇਹਨਾਂ 230 ਸਮਝ ਲਓ ਸਾਲ ਲੱਗੇ ਸੰਪੂਰਨਤਾ ਕਰਨ ਨੂੰ। ਸੋ ਇਸ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਇਹਨਾਂ ਕੁਝ ਹੀ ਮੈਂ ਕਹਿਣਾ ਚਾਹੂੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਖਾਲਸਾ ਲਫ਼ਜ਼ ਦਾ ਜਿਹੜਾ ਓਰੀਜੀਨੇਟ ਹੁੰਦਾ ਇਹ ਅਰਬੀ ਭਾਸ਼ਾ ਫਾਰਸੀ ਵਾਲੇ ਪਾਸੇ ਆਉਂਦਾ। ਇਹਦਾ ਮਤਲਬ ਹੁੰਦਾ ਜਿਹੜੀ ਹੁਕਮਰਾਨ ਸ਼ਾਹੀ ਖਜ਼ਾਨੇ ਦੇ ਨਾਲ, ਸ਼ਾਹੀ ਰਾਜ ਦਰਬਾਰ ਦੇ ਨਾਲ ਜੁੜੀ ਹੋਈ ਜਿਹੜੀ ਜਗੀਰ ਹੋਵੇ, ਜਿਹੜੀ ਜਾਇਦਾਦ ਹੋਵੇ ਜਿਹਦੀ ਹੈ ਜੀ। ਤੇ ਲੇਕਿਨ ਖਾਲਸੇ ਦਾ ਮਤਲਬ ਪ੍ਰੀਤ ਵੀ ਆਉਂਦਾ, ਖਾਲਸੇ ਦਾ ਮਤਲਬ ਉਹ ਵੀ ਆਉਂਦਾ, ਕਿਉਂਕਿ ਆਉਂਦਾ ਨਾ ਕਬੀਰ ਜੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਾਨੀ। ਜਿਹੜੀ ਪ੍ਰੇਮਾ ਭਗਤੀ ਉਹ ਬੰਦੇ ਨੂੰ, ਇਨਸਾਨ ਨੂੰ ਖਾਲਸਾ ਬਣਾ ਦਿੰਦੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਤੀ ਹੋਈ ਪ੍ਰੀਤ ਦੇ ਪ੍ਰਤੀਤ ਹੈ ਖਾਲਸੇ ਨੂੰ। ਹਾਂਜੀ ਇਹਦੇ ਵਿੱਚ ਜਿਹੜੀ ਆ ਤੇ ਉਹਦੇ ਵਿੱਚ ਹਾਂਜੀ ਵੀਰ ਜੀ ਸਰਦਾਰ ਜਸਵੀਰ ਸਿੰਘ ਜੀ ਭਾਟੀਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਸ ਸਚਿਆਰ ਮਨੁੱਖ ਦੀ ਸੰਪੂਰਨਤਾ ਦੇ ਉੱਤੇ ਜਿਹੜਾ ਖਾਲਸੇ ਦੀ ਸਿਰਜਣਾ ਹੋਈ, ਉਹਨੂੰ ਜਿਹੜਾ 5 ਕਕਾਰ 5 ਰਹਿਤ ਨਾਸ਼ ਡਾਕਟਰਨ, ਇਹਦੇ ਉੱਤੇ ਕੋਈ ਵੀ ਟੌਪਿਕ ਲੈ ਕੇ ਤੁਸੀਂ ਦੱਸੋ ਕੀ ਉਹਨਾਂ ਦੇ ਗੁਰੂ ਸਾਹਿਬਾਂ ਦੀ ਜਿਹੜੀ ਦੇਣ ਖਾਲਸੇ ਦੀ ਸੰਪੂਰਨਤਾ ਵਾਲੇ ਪਾਸੇ। ਉਹਦੇ ਪਿੱਛੋਂ ਦੇਖਦੇ ਹੋਏ ਜੋ ਗੁਰੂ ਸਾਹਿਬਾਂ ਦੇ ਟਾਈਮ ਤੇ ਖਾਲਸੇ ਬਣੇ,
ਔਰ ਜੋ ਅੱਜ ਹੋ ਰਿਹਾ ਹੈ, ਜੋ ਅੱਜ ਖਾਲਸੇ ਬਣ ਰਹੇ ਹਨ, ਉਹਦੇ ਉੱਤੇ ਵਿਚਾਰ ਕਰੀਏ ਤੇ ਕੁਝ ਕਮੀ ਹੈ ਕਿਤੇ ਨਾ ਕਿਤੇ। ਤੇ ਗੁਰੂ ਸਾਹਿਬ ਨੇ ਪੰਜਾਂ ਨੂੰ ਅੰਮ੍ਰਿਤ ਪਿਲਾਇਆ, ਉਹ ਪੰਜ ਕਦੋਂ ਐਵੇਂ ਫਟਾਫਟ ਚੁੱਕ ਕੇ ਬਾਹਰੋਂ ਨਹੀਂ ਸੀ ਆ ਗਏ, ਉਹ ਆਪਣਾ ਜੀਵਨ ਆਲਰੇਡੀ ਗੁਰੂ ਸਾਹਿਬ ਦੇ ਨਾਲ ਜੋੜੇ ਹੋਏ ਸਨ, ਉਹ ਤਿਆਰ ਸਨ। ਉਹਨਾਂ ਨੂੰ ਸਿੱਖੀ ਕੀ ਹੈ, ਗੁਰੂ ਮਹਾਰਾਜ ਦੇ ਵਿਚਾਰ ਕੀ ਹਨ, ਉਹ ਉਹਨਾਂ ਵਿਚਾਰਾਂ ਦੇ ਨਾਲ ਆਲਰੇਡੀ ਤਿਆਰ ਹੋਏ ਸਨ। ਔਰ ਗੁਰੂ ਮਹਾਰਾਜ ਆਪ ਤਾਂ ਖੈਰ ਹੈ ਹੀ ਸੀ, ਉਹਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਭਾਵ ਇਹ ਹੈ, ਜਿਸੇ ਡਾਕਟਰ ਕਿਰਪਾਲ ਸਿੰਘ ਵੀਰ ਜੀ ਕਿਹਾ ਕਰਦੇ ਹੁੰਦੇ ਹਨ ਵੀ ਪ੍ਰਿਪੇਅਰ ਕਰਨਾ ਪਹਿਲਾਂ, ਖਾਲਸਾ ਬਣਨ ਤੋਂ ਪਹਿਲਾਂ ਖਾਲਸਾ ਕੀ ਹੈ ਉਹਦੇ ਵਾਸਤੇ ਇਨਸਾਨ ਨੂੰ ਪ੍ਰਿਪੇਅਰ ਕਰਨਾ ਪੈਂਦਾ ਹੈ। ਔਰ ਪ੍ਰਿਪੇਅਰ ਕਰਨ ਦਾ ਮਤਲਬ ਇਹ ਹੁੰਦਾ ਕਿਸੇ PhD ਕਰਨ ਵਾਸਤੇ ਪਹਿਲਾਂ 14-16 ਕਲਾਸਾਂ ਪੜ੍ਹਨੀਆਂ ਪੈਂਦੀਆਂ ਨੇ, ਤੇ ਤਾਂ ਹੀ ਉਹ ਕਰੈਕਟਰ ਬਣਦਾ ਹੈ ਜੇ ਉਹਦੀ ਟ੍ਰੇਨਿੰਗ ਦਿੱਤੀ ਜਾਵੇ, ਉਸ ਤੋਂ ਬਾਅਦ ਫਿਰ ਉਸਨੂੰ ਉਹ ਡਿਗਰੀ ਦਿੱਤੀ ਜਾਵੇ ਜਿਸ ਨੂੰ ਤੁਸੀਂ ਖਾਲਸਾ ਕਹਿ ਰਹੇ ਹੋ। ਪਰ ਅੱਜ ਉਹ ਨਹੀਂ ਹੋ ਰਿਹਾ। ਪੜ੍ਹ ਕੇ ਜब ਬੱਚਿਆਂ ਨੂੰ ਪਿਆ ਦੋ, ਅੰਮ੍ਰਿਤ ਪਿਲਾ ਦੋ ਜੀ, ਬਸ ਬਾਣਾ ਪਿਲਾ ਦੋ ਜੀ, ਬਸ ਸਭ, ਲੇਕਿਨ ਕੋਈ ਤਿਆਰੀ ਨਹੀਂ ਹੈ। ਉਹਦਾ ਕੀ ਨਤੀਜਾ ਹੈ? ਜੋ ਅੱਜ ਕੱਲ੍ਹ ਦੇ ਖਾਲਸੇ ਬੜੇ ਹੋਏ ਨੇ, ਉਹਦੇ ਜਾਤ ਪਾਤ ਦਾ ਕੀ, ਉਹਨਾਂ ਖੁਦ ਹੀ ਆਪਣੀ ਜਾਤ ਬਣਾ ਲਈ, ਖੁਦ ਹੀ ਆਪਣੀ ਜਾਤ ਖੁਦ ਬਣਾ ਲਈ, ਉਹ ਆਪਣੇ ਆਪ ਨੂੰ ਅਲੱਗ ਸਮਝਣ ਲੱਗਿਆ। ਜੋ ਜਾਤ ਪਾਤ ਬਾਰੇ ਜੋ ਗੁਰੂ ਸਾਹਿਬਾਂ ਨੇ ਜਦੋਜਹਿਦ ਕੀਤੀ ਹੈ, ਸ਼ਹੀਦੀਆਂ ਦਿੱਤੀਆਂ, ਅਸੀਂ ਉਹਦੇ ਵਿੱਚ ਹਾਲੇ ਫਸੇ ਹੋਏ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਜਿਹਨਾਂ ਨੂੰ ਅਸੀਂ ਖਾਲਸਾ ਬਣਾਇਆ ਉਹ ਤਿਆਰ, ਖਾਲਸਾ ਹੀ ਵਾਸਤੇ ਤਿਆਰ ਨਹੀਂ। ਇਸ ਗੱਲ ਤੇ ਧਿਆਨ ਦੇਣਾ ਹੈ ਕਿ ਅਗਰ ਖਾਲਸਾ ਬਣਨਾ ਹੈ ਤਾਂ ਖਾਲਸਾ ਦੀ ਪੂਰੀ ਟ੍ਰੇਨਿੰਗ ਹੋਣੀ ਚਾਹੀਦੀ ਹੈ, that you have to be fully committed to the values of ਖਾਲਸਾ। ਵਾਹ, ਮੈਂ ਵਾਹ, ਜਦ ਤੱਕ ਅਸੀਂ ਖਾਲਸਾ ਦੀ ਵੈਲਿਊਜ਼ ਨੂੰ ਕਮਿਟਡ ਨਹੀਂ ਹਾਂ ਤਾਂ ਖਾਲਸਾ ਬਣਾ ਕੇ ਅੰਮ੍ਰਿਤ ਪਿਆ ਕੇ ਖਾਲਸਾ ਨਹੀਂ ਬਣ ਜਾਂਦਾ, ਕੋਈ ਕੱਪੜੇ ਪਾ ਕੇ ਖਾਲਸਾ ਨਹੀਂ ਬਣ ਜਾਂਦਾ। ਮੈਂ ਤੁਹਾਨੂੰ ਸਟੋਰੀਜ਼ ਦਿਖਾਵਾਂ ਕਰਪਸ਼ਨ ਦੀਆਂ, ਕਿਸ ਦੀ ਹੱਦ ਤੱਕ ਖਾਲਸੇ ਬਾਣਾ ਪਾਇਆ ਹੋਇਆ, ਕਿਰਪਾਨ ਪਾਈ ਹੋਈ, ਔਰ ਛੋਟੀ ਛੋਟੀ ਚੀਜ਼ਾਂ ਵਾਸਤੇ ਲੋਕਾਂ ਕੋਲੋਂ ਸ਼ਰਾਬ ਦੀ ਬੋਤਲ ਮੰਗ ਲਈ, ਛੋਟਾ ਕੰਮ ਕੀਤਾ ਸ਼ਰਾਬ ਦੀ ਬੋਤਲ ਮੰਗ ਲਈ। ਆਪਣੇ ਘਰ ਦੀ ਗੱਲ ਕਰਨਾ, ਆਪਣੇ ਫੈਮਿਲੀ ਵਿੱਚ ਜੋ ਐਕਸਪੀਰੀਅੰਸ ਹੋਇਆ ਹੈ, ਔਰ ਇੱਕ ਕੇਸ ਨਹੀਂ, ਕਈ ਕੇਸਿਸ। ਸੋ ਮੇਰੇ ਕਹਿਣ ਦਾ ਭਾਵ ਹੈ, ਖਾਲਸਾ ਬਣਨ ਤੋਂ ਪਹਿਲਾਂ ਖਾਲਸਾ ਜੋ ਵੈਲਿਊਜ਼ ਹਨ, ਜਾਤ ਪਾਤ ਤੋਂ ਅਲੱਗ ਹੋਣਾ, ਸਭ ਗੱਲਾਂ ਤੋਂ ਜੋ ਉੱਚ ਕਰੈਕਟਰ ਦੀ ਗੱਲਾਂ ਗੁਰੂ ਸਾਹਿਬ ਨੇ ਸਾਨੂੰ ਸਿਖਾਈਆਂ ਨੇ, ਉਹ ਗੱਲਾਂ ਜਦ ਤੱਕ ਅਸੀਂ ਕਮਿਟਡ ਨਹੀਂ ਹਾਂ ਖੁਦ, ਤਦ ਤੱਕ ਸਾਨੂੰ ਖਾਲਸਾ ਬਣਨ ਦਾ ਹੱਕ ਹੀ ਨਹੀਂ। ਇਹ ਗੱਲ ਮੈਂ ਕਹਿਣਾ ਚਾਹੁੰਦਾ ਜੀ। ਸੋ ਬਹੁਤ 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 ਧੰਨਵਾਦ। ਗੁਰੂ ਸਾਹਿਬ ਨੇ ਜੋ ਐਗਜ਼ਾਮਪਲ ਹੈ ਉਹ ਰਿਪੀਟ ਨਹੀਂ ਹੋ ਸਕਦੀ। ਗੁਰੂ ਸਾਹਿਬਾਂ ਦੀ ਜੋ ਹੈ ਅੱਜ ਉਹ ਨਹੀਂ ਰਹਿ ਗਈਆਂ ਗੱਲਾਂ, ਸੈਕਰੀਫਾਈਸ ਕਰਨ ਦੀ ਸ਼ਰਧੇ ਵਿੱਚ ਉਹ ਤਾਕਤ ਨਹੀਂ ਰਹਿ ਗਈ। ਸੈਲਫਿਸ਼ਨੈਸ ਇਤਨੀ ਜ਼ਿਆਦਾ ਆ ਚੁੱਕੀ ਹੈ ਕਿ ਖਾਲਸੇ ਬਣਾ ਕੇ ਕੋਈ ਫਾਇਦਾ ਨਹੀਂ ਜਦ ਤੱਕ ਅੰਦਰ ਅਸੀਂ ਪਿਓਰ ਨਹੀਂ ਹੁੰਦੇ। ਜਿਸ ਆਪ ਜੀ ਖੁਦ ਹੀ ਕਿਹਾ ਹੈ, ਤਦ ਕਬੀਰ ਸੋਭ ਜਨ ਪਏ ਖਾਲਸੇ, ਜਿਨ੍ਹਾਂ ਅੰਦਰ ਪਰਮਾਤਮਾ ਦਾ ਪ੍ਰੇਮ ਵਸਿਆ ਹੋਇਆ ਹੈ। ਖਾਲੀ ਪੰਜ ਬਾਣੀ ਇੱਕ ਘੋਟਾ ਲਗਾ ਕੇ ਨਹੀਂ ਕੋਈ ਖਾਲਸਾ ਬਣ ਜਾਂਦਾ। ਖਾਲਸੇ ਦਾ ਵੈਲਿਊ ਸਿਸਟਮ ਹੋਣਾ ਚਾਹੀਦਾ ਹੈ, ਕਮਿਟਮੈਂਟ ਹੋਣੀ ਚਾਹੀਦੀ ਹੈ, ਤਾਂ ਹੀ ਹੈ। ਸੋ ਇਹ ਮੇਰਾ ਵਿਚਾਰ ਹੈ। ਧੰਨਵਾਦ। ਠੀਕ ਹੈ ਜੀ, ਬੁਰਾ ਨਾ ਹੋਣਾ, ਮੈਂ ਕੁਝ ਥੋੜਾ ਜਿਹਾ ਨਹੀਂ ਬੁਰਾ ਨਹੀਂ ਮਨਾ ਰਹੇ ਜੀ। ਇਹ ਜਿਹੜੀਆਂ ਸਾਨੂੰ ਡਿਸਕਸ ਕਰਨ ਦੀ ਲੋੜ ਹੈ ਵੀ ਚੀਜ਼ਾਂ ਆਪਸੀ ਗੱਲ ਕਰੇ। ਖਾਲਸੇ ਦਾ ਆਦਰਸ਼ ਆ, ਬਾਣੀਆਂ ਦਿੱਤੀਆਂ, ਬਾਣਾ ਦਿੱਤਾ ਮਹਾਰਾਜ ਨੇ, ਬਾਹਰਲੀ ਦੇਖਾ ਅੰਦਰਲੀ ਦੇਖਾ। ਜੇ ਹਰਮਿੰਦਰ ਸਿੰਘ ਦੇ ਵਿੱਚ ਕਮੀਆਂ ਨੇ, ਕਿਸੇ ਹੋਰ ਨੇ ਸਿੱਖ ਬਣਨਾ, ਉਹਨੇ ਹਰਮਿੰਦਰ ਸਿੰਘ ਦਾ ਨਹੀਂ, ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਬਣਨਾ। ਆਦਰਸ਼ ਸਾਡਾ ਬੰਦਾ ਨਹੀਂ ਹੈ, ਲੇਕਿਨ ਸਾਡਾ ਗੁਰੂ ਹੈ। ਜਿਹੜੀਆਂ ਗੁਰੂ ਦੀਆਂ ਦਸੀਆਂ ਜਿਹੜੀਆਂ ਰਹੁ ਰੀਤੀਆਂ ਨੇ, ਜਿਹੜੀਆਂ ਪਰੰਪਰਾਵਾਂ ਨੇ, ਜਿਹੜੇ ਵਿਚਾਰ ਨੇ, ਉਹਨਾਂ ਤੇ ਜੀਵਨ ਦੇਣਾ। ਪਰ ਉਹਨਾਂ ਤੇ ਜੀਵਨ ਤਿਆਰ ਕਰਨ ਦੇ ਲਈ ਇਹ ਕੋਈ ਇੱਕਦਮ ਕੋਈ ਇਮੋਸ਼ਨਲ ਵੰਗਾਰ ਦੇ ਨਾਲ ਨਹੀਂ, ਇਹਦੇ ਵਿੱਚ ਤਿਆਰੀ ਦੀ ਲੋੜ ਹੈ। ਈਵਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੇਰੀ ਤਾਂ ਮਾੜੀ ਮੋਟੀ ਜਿਹੜੀ ਸੋਚ ਹੈ ਤੇ ਜਿਹੜੀ ਖੋਜ ਹੈ ਉਹੀ ਕਹਿੰਦੀ ਹੈ, ਕਈ ਸਾਲਾਂ ਦੀ ਉਹਨਾਂ ਦੀ ਇਹ ਜਿਹੜੀ ਸੀ ਚੱਲ ਰਹੀ ਸੀ। ਉਹਨਾਂ ਨੇ ਐਵੇਂ ਨਹੀਂ ਬਈ ਇੱਕ ਜਗ੍ਹਾ ਤੋਂ ਦਿੱਲੀ ਤੋਂ ਧਰਮਚੰਦ ਉੱਠਿਆ, ਲਾਹੌਰ ਤੋਂ ਦਇਆ ਉੱਠੀ। ਇਹ ਵੀ ਬੜੇ ਸਾਲਾਂ ਦੀ ਮਿਹਨਤ ਜਦੋਜਹਿਦ ਸੀ, ਜਿਹਦੇ ਵਿੱਚ ਇਟ ਵਾਸ ਆਲ ਪ੍ਰੀ ਪਲੈਨਡ ਵਾਕਿਆ ਗੁਰੂ ਸਾਹਿਬ ਦਾ ਜਿਹੜਾ ਕੀਤਾ ਹੋਇਆ ਸੀਗਾ। ਕਿਉਂਕਿ ਇਹਨਾਂ ਚੀਜ਼ਾਂ ਤੋਂ ਜਿਹੜੇ ਜਦੋਂ ਹੁਕਮਨਾਮੇ ਭੇਜੇ, ਸਿੱਖ ਮੰਗਾਏ ਸਾਰੇ, ਉਹਨਾਂ ਦੇ ਵਿੱਚ ਇਹ ਮਹਾਰਾਜ ਦਾ ਬੜਾ ਅਨੁਭਵ, ਕਈ ਸਾਲਾਂ ਦੀ ਪ੍ਰੈਪਰੇਸ਼ਨ ਦੇ ਬਾਅਦ ਦੇ ਵਿੱਚ ਜਿਹੜੀ ਖਾਲਸੇ ਦਾ ਜਿਹੜਾ ਪ੍ਰਗਟ ਦਿਹਾੜਾ ਜਿਹੜਾ ਆਉਂਦਾ ਹੈ। ਈਵਨ ਪ੍ਰੋਫੈਸਰ ਸਾਹਿਬ ਸਿੰਘ ਹੁਣੀ ਤਾਂ ਕਹਿੰਦੇ ਨੇ ਜਿਹੜੀ ਜਾਪ ਸਾਹਿਬ ਦੀ ਬਾਣੀ ਸੀ 4-4, 5-6 ਸਾਲ ਪਹਿਲਾਂ ਹੀ
ਜਿਹੜੇ ਸਿੱਖ ਸੀ ਉਹ ਆਮ ਹੀ ਪੜ੍ਹਦੇ ਹੁੰਦੇ ਸੀ, ਉਹਨਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਹੁੰਦੀ ਸੀ। ਨਹੀਂ ਹੁਣ ਜੇ ਇੱਕਦਮ ਅੰਮ੍ਰਿਤ ਛਕਾਇਆ, ਬਾਣੀਆਂ ਦਿੱਤੀਆਂ, ਸਿੱਖਾਂ ਦੇ ਕਿਵੇਂ ਯਾਦ ਹੋ ਗਈਆਂ ਇੱਕਦਮ ਹੀ? ਪਹਿਲਾਂ ਇਹ ਬੜੇ ਸਾਲਾਂ ਦੀ ਤਿਆਰੀ ਸੀ, ਹੋ ਰਹੀ ਸੀ ਜਦੋਜਹਿਦ ਦੇ ਵਿੱਚ। ਹਾਂਜੀ, ਇਹ ਸਭ ਕੁਝ ਤਿਆਰ ਹੋ ਰਿਹਾ ਸੀ। ਹਾਂਜੀ ਵੀਰ ਜੀ ਕਿਰਪਾਲ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? Thank you, Ji. Vai Khalsa, Vai Fateh. I've really enjoyed the poems, and I also enjoyed ਜਿਹੜੇ ਆਪਣੇ ਪੜਿਆ ਸਾਹਿਬ ਦੇ ਵਿਊਜ਼ ਨੇ ਤੇ ਆਪਣੇ ਡਾਕਟਰ ਵਾਸੂ ਤੇ ਰਮਨ ਸਾਰਿਆਂ ਦੇ ਵਿਊਜ਼, ਦਲਜੀਤ ਹੋਣਾ, ਭਾਈ ਸਾਹਿਬ ਦੇ। ਦਿਸ ਰੀਅਲੀ ਵੈਰੀ ਐਨਲਾਈਟਨਿੰਗ। ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਚਾਹੁੰਦਾ ਗੱਲ ਕਿ ਵੀ ਦੇਖੋ ਵੀ ਵਾਟ ਇਜ਼ ਖਾਲਸਾ। ਇਹਦੀ ਜਿਹੜੀ ਹੈ ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕਰ ਚੁੱਕੇ ਆ, ਇਹ ਤਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਹੈ ਗੱਲ ਕਿ ਬਈ ਜਦੋਂ ਮਹਾਰਾਜ ਕਹਿੰਦੇ ਕਿ ਸਚਿਆਰਾ ਹੋਈ ਹੈ ਕਿ ਬੂੜੇ ਟੁੱਟੇ ਪਾਪ, ਜਪਜੀ ਸਾਹਿਬ ਦੇ ਵਿੱਚ। ਫਿਰ ਉਹ ਸਚਿਆਰ ਕਿਵੇਂ ਬਣਨਾ? ਸਚਿਆਰ ਇਸੇ ਤਰ੍ਹਾਂ ਸੇ ਸੱਚਾ, ਸੱਚ ਦੀ ਉਪਾਸ਼ਕ ਬਣਨਾ। ਕਿਹੜੇ ਸੱਚ ਦੀ? ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚ ਹੈ ਕੀ ਆ? ਉਹਨਾਂ ਨੇ ਡਿਸਕ੍ਰਾਈਬ ਕੀਤਾ ਸ਼ੁਰੂ ਚ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਉਹ ਹੈ ਸੱਚ ਦੀ ਡੈਫੀਨੇਸ਼ਨ, ਤੇ ਉਹ ਹੈ ਉਹਦੀ ਉਹ ਪਰ ਉਹਦੀ ਸਮਝ ਤਾਂ ਲੱਗਦੀ ਹੈ ਗੁਰਪ੍ਰਸਾਦ, ਗੁਰੂ ਦੇ ਨਾਲ ਜੁੜ ਕੇ। ਆਪਣੇ ਆਪ ਉਹ ਸ਼ਬਦ ਨੇ, ਪਰ ਉਹਨਾਂ ਦੀ ਜਿਹੜੀ ਵਿਆਖਿਆ ਤੇ ਜਿਹੜੀ ਉਹਨਾਂ ਦੀ ਉਹ ਸਾਨੂੰ ਗੁਰੂ ਤੋਂ ਹੀ ਪੈਦਾ ਹੁੰਦੀ ਹੈ। ਤੇ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਜਿਹੜੀ ਹੈ ਸਾਡੀ। ਜਿੰਨਾ ਚਿਰ ਅਸੀਂ ਗੁਰਬਾਣੀ ਪੜ੍ਹਾਂਗੇ ਨਾ, ਤੇ ਉਹਨਾਂ ਚਿਰ ਸਾਨੂੰ ਕੋਈ ਅਸਰ ਨਹੀਂ ਹੋਣਾ ਸਾਡੇ ਤੇ। ਜੋ ਮਰਜ਼ੀ ਅੰਮ੍ਰਿਤ ਛਕੀ ਜਾਓ, ਜੋ ਮਰਜ਼ੀ ਕਰੀ ਜਾਓ, ਬਗੈਰ ਗੁਰਬਾਣੀ ਪੜ੍ਹੀ ਤੇ ਬਗੈਰ ਤੁਹਾਡੀ ਤਿਆਰੀ ਨਹੀਂ ਹੋ ਸਕਦੀ। ਗੁਰਬਾਣੀ ਤੇ ਗੁਰ ਇਤਿਹਾਸ ਦੀਆਂ ਜਿਹੜੀਆਂ ਜੀਵਨੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਹਿੱਸਾ ਨੇ ਸਾਡਾ ਪ੍ਰੈਪਰੇਸ਼ਨ ਦੇ ਲਈ, ਅੰਮ੍ਰਿਤ ਛਕਣ ਤੋਂ ਪਹਿਲਾਂ। ਤੇ ਇਹੀ ਚੀਜ਼ ਜਿਹੜੀ ਹੈ ਗੁਰੂ ਸਾਹਿਬ ਤੋਂ ਪਹਿਲਾਂ ਜਿਹੜੀ ਹੈਗੀ ਹੈ, ਮਹਾਰਾਜ ਨੇ ਵਿੱਚ ਆਉਂਦੀ ਹੈ, ਕਹੋ ਕਬੀਰ ਜਨ ਪਾਏ ਖਾਲਸਾ ਪ੍ਰੇਮ ਭਗਤ ਜਨ ਜਾਨੀ। ਮਤਲਬ ਕਬੀਰ ਜੀ ਨੇ ਵੀ ਇਹ ਸ਼ਬਦ ਯੂਜ਼ ਕੀਤਾ ਖਾਲਸਾ ਤੇ ਦੱਸਿਆ। ਪਰ ਇਹ ਸਾਰੀਆਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਤੋਂ, ਬਾਕੀ ਗੁਰੂਆਂ ਦੇ ਥਰੂ, ਕਬੀਰ ਸਾਹਿਬ ਦੇ ਵਿੱਚ, ਤੇ ਫਿਰ ਇਸੇ ਨੇ ਪ੍ਰਗਟ ਕੀਤਾ ਹੈਗਾ 10ਵੇਂ ਪਾਤਸ਼ਾਹ ਦੇ ਸਮੇਂ ਦੇ ਮੌਕੇ, ਜਦੋਂ ਉਹਨਾਂ ਨੇ ਡਿਫਾਈਨ ਕੀਤਾ ਵੀ ਜਾਗਤ ਜੋਤ ਜਪੈਨਸ ਬਸਰ ਹੈ ਜੀ। ਪਰ ਇਹ ਜਿਹੜੀ ਆ ਇਹਦੀ ਰੈਸਿਪੀ ਅਗੇਨ ਬੈਕ ਕਿੱਥੇ ਚਲੀ ਜਾਂਦੀ? ਗੁਰੂ ਨਾਨਕ ਸਾਹਿਬ ਤੇ ਚਲੀ ਜਾਂਦੀ ਹੈ। ਕੀ ਹੈ ਉਹ ਰੈਸਿਪੀ ਮੈਥਡ? ਜਤ ਪਹਾਰਾ ਤੀਰਸ ਨਾਰਾਇਣ ਮਤ ਵੇਦ ਹਥਿਆਰ। ਉਹਦੇ ਵਿੱਚ ਉਹ ਡਿਸਕ੍ਰਾਈਬ ਕਰਦੇ ਆ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਹੋਣਗੀਆਂ ਉਹਨਾਂ ਚਿਰ ਕੁਝ ਨਹੀਂ ਬਣ ਸਕਦਾ। ਜਤ ਪਹਾਰਾ ਤੀਰਸ ਨਾਰਾਇਣ ਮਤ ਵੇਦ ਹਥਿਆਰ, ਪੌਖ ਲਾਗਨ ਤਪ ਤੋ ਭਾਂਡਾ ਪਾਮਰਤ ਠਾਓ, ਕੜੀਆ ਸਭ ਸੱਚੀ ਟਕਸਾਲ, ਨਾਨਕ ਨਦਰੀ ਨਦਰ ਨਿਹਾਲ। ਹੈ ਜੀ, ਜਿਨ ਕੋ ਨਦਰ ਕਰਮ ਤਿਨਕਾਰ, ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ। ਉਹਨਾਂ ਦਾ ਹੀ ਹੋਣਾ ਜਿਨ੍ਹਾਂ ਤੇ ਉਹਦੀ ਨਾ ਨਜ਼ਰ ਹੋਣੀ ਹੈ ਅਖੀਰ। ਪਰ ਉਹਦਾ ਪ੍ਰੋਸੈਸ ਆ ਨਜ਼ਰ ਉਹਦੀ, ਕਿਵੇਂ ਜਾਣਾ, ਕਿਵੇਂ ਉਹਦੇ ਵੱਲ। ਜਿਵੇਂ ਟੀਚਰ ਦੇ ਕੋਲੇ ਜਾਈਦਾ, ਸੋ ਜਿੰਨਾ ਚਿਰ ਉਹ ਜਿਹੜੀ ਜਾਤ ਵਾਲੀ ਜਿਹੜੀ ਹੈ ਪੰਜ ਕਕਾਰਾਂ ਵਾਲੀ ਜਿਵੇਂ ਅਸੀਂ ਕਹਿੰਦੇ ਹਾਂ, ਜਾਂ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਸੰਤੋਖ ਨਹੀਂ ਪੈਦਾ ਕਰਦੇ, ਜਿੰਨਾ ਚਿਰ ਗੁਰਮਤਿ ਨਹੀਂ ਅਸੀਂ ਜੋ ਯੂਜ਼ ਕਰਕੇ ਆਪਣੇ ਮਨ ਨੂੰ ਟਿਕਾਉਂਦੇ ਨਹੀਂ, ਐਰਨ ਨਹੀਂ ਬਣਾਉਂਦੇ, ਜਿੰਨਾ ਚਿਰ ਅਸੀਂ ਗਿਆਨ ਦਾ ਜਿਹੜਾ ਹਥੌੜਾ ਨਹੀਂ ਲਾਉਂਦੇ ਉਹਦੇ ਉੱਤੇ, ਉਹਨੂੰ ਉਹਨਾਂ ਚਿਰ ਉਹ ਜਿਹੜਾ ਤੇ ਉਹ ਜਿਹੜਾ ਹੈਗਾ ਆਪਣੇ ਆਪ ਦਾ ਸੈਲਫ ਡਿਸਿਪਲਿਨ ਭਾਵ ਦੇ ਨਾਲ ਪੈਦਾ ਹੋਣਾ, ਤੇ ਉਹੀ ਭਾਵ ਜਿਹੜਾ ਹੈਗਾ ਹੌਲੀ ਹੌਲੀ ਪ੍ਰੇਮ ਦੇ ਵਿੱਚ ਬਦਲ ਜਾਣਾ। ਭਾਵ ਦੇ ਵਿੱਚ ਜਿਉਂ ਜਿਉਂ ਸਾਡੇ ਗੁਣ ਸਾਡੇ ਦੇ ਵਿੱਚ ਪੈਦਾ ਹੁੰਦੇ ਆ ਤੇ ਅਸਰ ਕਰਦੇ ਆ। ਵੀ ਦੇਖੋ ਮਹਾਰਾਜ ਦੀ ਦੂਰ ਦੇ ਵਿਜ਼ਨ ਜਿਹੜੀ ਆ ਉਹਦੇ ਨਾਲ ਸਾਡੇ ਤੇ ਕਿੰਨਾ ਅਸਰ ਹੋਇਆ। ਤੇ ਫੇਰ ਗਾ ਅਖੀਰ ਤੇ ਸਭ ਕੁਝ ਹੁੰਦੇ ਕੋਈ ਵੀ ਉਹ ਸ਼ਬਦ ਦੀ ਵਿਚਾਰ ਦੇ ਨਾਲ ਹੀ ਇਹ ਜਿਹੜੇ ਗਿਆਨ ਦੇ ਦਰਵਾਜ਼ੇ ਖੋਲਣੇ ਨੇ। ਪਰ ਉਹ ਵੀ ਉਹਦੀ ਨਜ਼ਰ ਹੋਵੇ। ਸਾਡਾ ਫਰਜ਼ ਕੋਸ਼ਿਸ਼ ਕਰਨਾ ਨਜ਼ਰ ਉਹਦੀ ਨਾਲ ਸਾਰਾ ਕੁਝ ਬਰਕਤ ਪੈਣੀ ਹੈ ਉਹਦੇ ਨਾਲ। ਤੇ ਫਿਰ ਇਹਦਾ ਮਤਲਬ ਇਹਦਾ ਫਿਰ ਰੈਲੇਵੈਂਸ ਹੁਣ ਕੀ ਹੋਈ? ਹੁਣ ਇਹਦੀ ਰੈਲੇਵੈਂਸ ਜਿਹੜੀ ਹੈ ਉਹ ਇਹ ਹੀ ਆ ਕਿ ਵੀ ਜਿਹੜਾ ਨਾਸ਼ ਡਾਕਟਰ ਨਾ ਮਹਾਰਾਜ ਨੇ ਦਿੱਤਾ ਉਹਦੇ ਤੇ ਪਹਿਰਾ ਦੇਣਾ। ਜਿੰਨਾ ਚਿਰ ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਨਹੀਂ ਰੱਖਦੇ, ਉਹਨਾਂ ਤੇ ਅਮਲ ਨਹੀਂ ਕਰਾਂਗੇ, ਜਿਹੜੀ ਸਾਡਾ ਖਾਲਸਾ ਜਿਹੜਾ ਉਹਦਾ ਰੋਲ ਜਿਹੜਾ ਉਹ ਨਿਭਾਇਆ ਨਹੀਂ ਜਾ ਸਕਦਾ। ਉਹਦਾ ਨਹੀਂ ਤਾਂ ਫਿਰ ਵਿਪਰਨ ਦੀਆਂ ਰੀਤਾਂ ਹੀ ਰਹਿ ਗਈਆਂ ਵਿੱਚ, ਚਾਹੇ ਉਤੋਂ ਤੁਸੀਂ ਖਾਲਸੇ ਦਾ ਬਾਣਾ ਪਾ ਲਿਆ। ਸੋ ਉਹ ਜਿਹੜੀਆਂ ਪ੍ਰੈਕਟਿਸਿਸ ਰਿਮੈਂਬਰ ਕਰਨੀਆਂ ਤੇ ਆਪਣੀ ਜ਼ਿੰਦਗੀ ਨੂੰ ਸਿੰਪਲ ਬਣਾਉਣਾ, ਐਕਸਟਰਾਵੇਗੈਂਸ ਨੂੰ ਦੂਰ ਕਰਕੇ, ਜਿਵੇਂ ਸਾਡੇ ਲੰਗਰ ਨੇ ਉਹਨਾਂ ਨੂੰ ਐਜੂਕੇਸ਼ਨ ਵਿੱਚ ਯੂਜ਼ ਕਰਨਾ, ਤੇ ਆਪਣੇ ਜਿਹੜੇ ਹੈਗੇ ਨੇ ਟੂ ਐਲੀਮੀਨੇਟ
ਸੁਇਸਾਈਡ ਇਨ ਸਾਡੀ ਕੌਮ, ਜਿਹੜੇ ਅਬੋਰਸ਼ਨ ਨੇ ਤੇ ਫੀਮੇਲ ਇਨਫੈਂਟੀਸਾਈਡ ਨੇ, ਇਹੋ ਜਿਹੀਆਂ ਚੀਜ਼ਾਂ ਦਾ ਡੌਰੀ ਸਿਸਟਮ, ਜਿੰਨਾ ਚਿਰ ਅਸੀਂ ਉਹਨਾਂ ਦੇ ਪਹਿਰਾ ਨਹੀਂ ਦੇਵਾਂਗੇ ਤੇ ਜਿੱਥੋਂ ਗਰੀਬ ਬੱਚੇ ਹੋ ਜਾਂਦੇ ਨੇ ਉਹਨਾਂ ਨੂੰ ਅਡਾਪਟ ਨਹੀਂ ਕਰਾਂਗੇ ਤੇ ਉਹਨਾਂ ਦੀ ਮਦਦ ਨਹੀਂ ਕਰਾਂਗੇ, ਤੇ ਜਿੰਨਾ ਚਿਰ ਅਸੀਂ ਜਿਹੜੇ ਇੰਟਰਕਾਸਟ ਮੈਰਿਜਸ ਹੋ ਜਾਂਦੀਆਂ ਨੇ ਜਾਂ ਇੰਟਰਰੇਸ਼ਨਲ ਮੈਰਿਜਸ ਉਹਨੂੰ ਨਹੀਂ ਐਕਸੈਪਟ ਕਰਦੇ ਐਜ਼ ਪਾਰਟ ਆਫ ਦ ਸਿੱਖ ਸੁਸਾਇਟੀ, ਉਹਨਾਂ ਚਿਰ ਅਸੀਂ ਆਪਣੀ ਜਿਹੜੀ ਹੈਗੀ ਆ ਕੌਮ ਦੀ ਪ੍ਰਫੁੱਲਤਾ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਲੋਕਲ ਲੈਵਲ ਤੇ ਜਿੱਥੇ ਵੀ ਅਸੀਂ ਰਹਿੰਦੇ ਹਾਂ ਸਾਨੂੰ ਉੱਥੇ ਪਹਿਰਾ ਦੇਣ ਦੀ ਲੋੜ ਹੈ। ਉੱਥੇ ਪਹਿਰਾ ਦੇਵਾਂਗੇ ਤੇ ਆਪਣੇ ਆਪ ਦੇ ਐਟਮੋਸਫੀਅਰ ਪੈਦਾ ਕਰਾਂਗੇ ਆਪਣੇ ਘਰਾਂ ਦੇ ਵਿੱਚ, ਆਪਣੀ ਸੰਗਤ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ, ਫਿਰ ਅਸੀਂ ਉਹ ਜਿਹੜੀ ਖਾਲਸੇ ਰੋਡ ਹੈ ਨਾ ਉਹ ਅਖਤਿਆਰ ਕਰਾਂਗੇ ਤੇ ਫਿਰ ਅੰਮ੍ਰਿਤ ਛਕਿਆ ਜਿਹੜਾ ਉਹਦਾ ਹੈਗਾ ਰੀਅਲ ਪਰਪਸ ਜਿਹੜਾ ਨਾ ਜਿਹੜਾ ਉਹਦਾ ਜਿਹੜੀ ਰੋਸ਼ਨਾਈ ਆ ਪੈਦਾ ਹੋਏਗੀ ਸਾਡੇ ਮਨਾਂ ਦੇ ਵਿੱਚ, ਤਨਾਂ ਦੇ ਵਿੱਚ ਤੇ ਸਾਡੇ ਸਾਰੇ ਕਾਰੋਬਾਰਾਂ ਦੇ ਵਿੱਚ। ਐਨੀ ਅਰਜ਼ ਕਰਨੀ ਸੀ ਮੈਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ ਤੁਹਾਡੇ ਵਿਊਜ਼ ਦਾ। ਜਿਹੜਾ ਅੱਜ ਜਿਹੜਾ ਖਾਲਸੇ ਦਾ ਜਿਹੜਾ ਇਹ ਦਰਸ਼ਨ ਹੈ ਜੀ, ਖਾਲਸੇ ਦੇ ਜਿਹੜੇ 5 ਕਕਾਰ ਵੀ ਨੇ, ਚ ਕੋਈ ਸ਼ੱਕ ਨਹੀਂ ਪ੍ਰੈਪਰੇਸ਼ਨ ਚਾਹੀਦੀ ਹੈ, ਪਰ ਇਹਨਾਂ 5 ਦੇ ਵਿੱਚ ਕੇਸਾਂ ਦੀ, ਕਿਰਪਾਨ ਦੀ, ਕੜੇ ਦੀ, ਕੰਘੇ ਦੀ, ਕਛਹਿਰੇ ਦੀ, ਇਹਨਾਂ ਦੀ ਮਹੱਤਤਾ ਹੈ। ਬਾਹਰੀ ਰੂਪ ਦੇ ਵਿੱਚ ਇਹਨਾਂ ਦੀ ਜਥੇਬੰਦੀ ਨੂੰ ਸੰਗਠਨ ਕਰਨ ਦੇ ਲਈ, ਜਥੇਬੰਦੀ ਨੂੰ ਤਾਕਤਵਰ ਬਣਾਉਣ ਲਈ, ਜਥੇਬੰਦੀ ਦੀ ਪਹਿਚਾਣ ਦੇ ਲਈ ਬੜੀ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਜ਼ਨ ਚ ਐਵੇਂ ਨਹੀਂ ਆਇਆ। ਗੁਰੂ ਤੇਗ ਬਹਾਦਰ ਜੀ ਵੇਲੇ ਉਹਨਾਂ ਨੇ ਦੇਖਿਆ, ਜਦੋਂ ਉਹਨਾਂ ਨੂੰ ਦੱਸਿਆ ਜਾ ਕੇ ਹਾਲਾਤ ਵੀ ਉੱਥੇ ਕਿਵੇਂ, ਉੱਥੇ ਸਿੱਖ ਸੀ, ਦਿੱਲੀ ਚ ਐਡਾ ਵੱਡਾ ਇਕੱਠ ਸੀ, ਉੱਥੇ ਤਾਂ ਕਿਸੇ ਦਾ ਹਿਆ ਨਹੀਂ ਸੀ ਪੈਂਦਾ। ਭਾਈ ਜੈਤਾ ਤੇ ਉਹ ਦੂਜੇ ਲੈ ਕੇ ਸੀਸ ਲੈ ਕੇ ਗਿਆ ਤੇ ਧੜ ਲੈ ਕੇ ਗਏ ਨੇ, ਕਿਵੇਂ ਉੱਥੋਂ ਨਿਕਲੇ ਨੇ, ਵੀ ਉੱਥੇ ਤੱਕ ਕੰਬੀ ਪਈ ਸੀ ਪੂਰੀ ਕੌਮ। ਮਹਾਰਾਜ ਨੇ ਕਿਹਾ ਨਹੀਂ ਮੈਂ ਸਰਲੱਖਣ ਦੀ ਕੌਮ ਬਣਾਉਂਗਾ। ਇਹ ਸਰਲੱਖਣ ਦੀ ਕੌਮ ਉਹਨਾਂ ਨੇ ਬਣਾਈ। ਉਹਨਾਂ ਨੂੰ ਇਹ ਨਿਡਰਤਾ, ਨਿਰਭੈਤਾ ਅਕਾਲ ਪੁਰਖ ਦੇ ਨਾਲ ਜੋੜ ਕੇ ਇਹ ਰੱਬੀ ਗੁਣਾਂ ਦੇ ਵਿੱਚ, ਜਿੱਥੇ ਉਹਨਾਂ ਨੇ ਬਾਹਰਲੀ ਦਿੱਖ ਦੇ ਵਿੱਚ ਰੂਪ ਦਿੱਤਾ, ਨਾਲ ਅੰਦਰਲਾ ਵੀ ਰੂਪ ਦਿੱਤਾ ਕਿ ਕਰਤਾ ਪੁਰਖ ਨਿਰਵੈਰ ਹੈ, ਨਿਰਭਉ ਹੈ, ਤੁਸੀਂ ਵੀ ਉਹ ਇੱਕ ਹੈ, ਉਹਦੇ ਉਪਾਸ਼ਕ ਬਣਨਾ, ਉਹ ਬਣੇ। ਤੇ ਮਹਾਰਾਜ ਨੇ ਜਿੱਥੇ ਤੁਸੀਂ ਕਿਹਾ ਜਿਵੇਂ ਜਗਤ ਜੋਤ ਜਪੈ ਨਿਸਬਾਸ, ਨਾਲੇ ਵੀ ਕਹਤਾ ਆਤਮ ਰਸ ਜਾਣੀ ਸੋ ਹੈ ਖਾਲਸ ਦੇਵ, ਪ੍ਰਮ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਤੇ ਦੂਜੇ ਪਾਸੇ ਮਹਾਰਾਜ ਕ੍ਰੈਡਿਟ ਵੀ ਦਿੰਦੇ ਨੇ, ਜਿੱਥੇ ਇੱਕ ਪਾਸੇ ਕਹੀ ਜਾਂਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਉਹ ਜਿਹੜੀ ਭਾਈ ਨੰਦ ਲਾਲ ਜੀ ਉਹਨਾਂ ਨੇ ਜੋ ਕੁਝ ਕਿਹਾ, ਨਾਲੇ ਮਹਾਰਾਜ ਉੱਥੇ ਜਿੱਥੇ ਖਾਲਸੇ ਦਾ ਰੂਪ ਆਪ ਕਹੀ ਨਾਲੇ ਕਹੀ ਜਾਂਦੇ ਨੇ ਵੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮੈਨੂੰ ਤਾਂ ਰਹਿਤਵੰਦ ਸਿੱਖ ਜਿਹੜਾ ਨਾ ਉਹ ਮੈਨੂੰ ਪਿਆਰਾ ਹੈ, ਕਿਉਂਕਿ ਉਹ ਮਹਾਰਾਜ ਕਹਿੰਦੇ ਨੇ ਜੁੱਧ ਜਿੱਤੇ ਨਹੀਂ ਕੇ ਪ੍ਰਸਾਦ। ਉਹਨਾਂ ਦੀ ਮਹਿਮਾ ਕਰਦੇ ਨੇ, ਉਪਮਾ ਕਰਦੇ ਨੇ ਵੀ ਇਹ ਖਾਲਸੇ ਦੀ ਬਦੌਲਤ ਮੈਂ ਜੁੱਧ ਜੰਗਾਂ ਜਿੱਤੀਆਂ, ਇਹਨਾਂ ਨੇ ਮੇਰੇ ਜੇ ਮੇਰੀ ਫਤਿਹ ਹੋਈ ਆ ਤਾਂ ਮੈਨੂੰ ਇਹ ਮੇਰੀ ਫਤਿਹ ਦੇ ਵਿੱਚ ਮੇਰੇ ਹਿੱਸੇਦਾਰ ਸੀ, ਇਹਨਾਂ ਦੇ ਕਾਰਨ ਮੈਨੂੰ ਵਿਦਿਆ ਮਿਲੀ, ਕਿਉਂਕਿ ਉਹਨਾਂ ਨੂੰ ਪੜਾਉਣ ਵਾਲੇ ਵੀ ਜਿਹੜੇ ਸ਼ੁਰੂ ਦੇ ਵਿੱਚ ਸੀਗੇ। ਮਹਾਰਾਜ ਨੇ ਬੜਾ ਕੁਛ ਕੀਤਾ, ਖਾਲਸੇ ਦੀ ਮਹਿਮਾ, ਪਦਵੀ ਤੇ ਆਪ ਗੁਰੂ ਦੀ ਨਿਮਰਤਾ ਤੇ ਖਾਲਸੇ ਨੂੰ ਵੀ ਨਿਮਰਤਾ ਸਿਖਾਈ। ਹਾਂਜੀ, ਜਿੱਥੇ ਗੁਣਾਂ ਦਾ ਧਾਰਨੀ ਬਣਾਇਆ ਉੱਥੇ ਨਾਲ ਔਗੁਣਾਂ ਦਾ ਤਿਆਗ, ਕੁਰੈਤਾਂ ਤੋਂ ਵੀ ਵਿਚਾਰ ਦੱਸਿਆ, ਨਾਸ਼ ਡਾਕਟਰਾਈਨ ਦਾ ਵੀ ਦੱਸਿਆ, ਤੇ ਨਾਲੇ ਸਤਿਗੁਰੂ ਦੇ ਰੂਪ ਦੇ ਵਿੱਚ ਆਪ ਵੀ ਲੜ ਲਾਇਆ, ਤੇ ਨਾਲ ਕਹਤਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਜੇ ਸਾਡੇ ਕੋਲੇ ਅੱਜ ਜੇ ਸਾਡੀ ਇਹ ਪ੍ਰੈਪਰੇਸ਼ਨ ਦੇ ਵਿੱਚ ਘਾਟ ਹੈ, ਕਿਉਂਕਿ ਸਾਡੇ ਕੋਲੇ ਵਿਚਾਰ ਨਹੀਂ ਹੈ, ਸਾਡੇ ਕੋਲੇ ਗੁਣ ਹੈ, ਸਾਡੇ ਕੋਲੇ ਦਿੱਖ ਹੈ, ਸਾਡੇ ਕੋਲੇ ਪਹਿਰਾਵਾ ਹੈ, ਸਾਡੇ ਕੋਲੇ ਸਭ ਕੁਝ ਹੈ, ਪਰ ਸਾਡੇ ਕੋਲੇ ਉਹ ਗੁਣਾਂ ਦੀ ਬਾਹਰਲੀ ਦਿੱਖ ਹੈ, ਅੰਦਰਲੀ ਜਿਹੜੀ ਰਹਿਤ ਆ ਉਹਦੇ ਵਿੱਚ ਕਮੀਆਂ ਨੇ। ਉਹਨੂੰ ਸਾਨੂੰ ਸਵਾਰਨ ਦੀ ਜ਼ੋਰ ਹੈ, ਸਿੱਖਿਆ ਲੈਣ ਦੀ ਲੋੜ ਹੈ, ਤਾਂ ਕਿ ਅਸੀਂ ਖਾਲਸੇ ਦੇ ਆਦਰਸ਼ ਦੇ ਉੱਤੇ ਅਸੀਂ ਪਹਿਰਾ ਦੇ ਸਕੀਏ, ਜਿੱਥੇ ਅਸੀਂ ਆਪ ਜੀਵ ਸਕੀਏ, ਆਪਦਾ ਪਰਿਵਾਰ ਜੀ ਸਕੀਏ, ਅਸੀਂ ਦੂਜਿਆਂ ਨੂੰ ਉਧਰਲੇ ਪਾਸੇ ਲਾ ਸਕੀਏ, ਇਧਰਲੇ ਪਾਸੇ। ਜਦੋਂ ਕਿ ਇਹ ਤਾਂ ਹੈ ਤਾਂ ਬੜਾ ਹੀ ਹੁਣ ਜਸਟ ਅਮੇਜ਼ਿੰਗ। ਮੈਂ ਜ਼ਿਆਦਾ ਟਾਈਮ ਨਾ ਲੰਘਾ। ਹਾਂਜੀ ਡਾਕਟਰ ਜਨਕ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਵਿਚਾਰ ਸਾਡੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਜੇ ਨਹੀਂ ਆਏ, ਮੇਘਰਾਜ ਸਿੰਘ ਹੁਣੀ, ਤੁਸੀਂ ਪੜ੍ਹ ਕੇ ਸੁਣਾ ਦਿਓ ਆਪਦਾ, ਜਾਂ ਆਪਦੇ ਵਿਚਾਰ ਦੱਸ ਦਿਓ। ਪੜ੍ਹ ਕੇ ਤੇ ਮੈਂ ਸੁਣਾ ਸਕਦਾ, ਪਰ ਇਹ ਸਕਰੀਨ ਅੱਗੇ ਜਾਏਗੀ, ਠਹਿਰ ਜਾ ਮੈਂ ਦੇਖਣਾ, ਇੱਕ ਮੈਂ ਕੋਸ਼ਿਸ਼ ਕਰਨਾ। ਓਕੇ ਜੀ। ਇੱਕ ਹੋਰ ਕੋਈ ਆਈਪੈਡ ਆ, ਆਈਪੈਡ ਦੇ ਉੱਤੇ somebody has joined with the iPad। ਮੈਂ ਖੋਲ ਲਿਆ, who the person is? ਮੈਂ ਖੋਲ ਲਿਆ ਇਹਦਾ। ਅੱਛਾ, ਤੁਹਾਡਾ ਹੀ ਹੋਊ ਇਸ ਦਾ ਤੁਹਾਡੇ ਤੇ ਅਸਰ ਤਾਂ ਨਹੀਂ ਪਿਆ ਕੁਝ ਸਕਰੀਨ ਤੇ? ਨਹੀਂ ਕੋਈ ਅਸਰ ਨਹੀਂ। ਹਾਂਜੀ
अच्छा ठहर जाओ फिर मेरी। तो एकदम ठीक सुन रहे हैं जी, हाँ हम जी, सुन रहे हैं, देख रहे हैं। डॉक्टर अब ठीक सुन रहे ਆ ਜੀ, ਸਾਨੂੰ ਦਿਖ ਰਹੇ ਆ ਸਾਰੇ ਜਣੇ। ਹਾਂਜੀ, सारे दिख रहे हैं, ਸਾਡੇ ठीक ਤੇ है। ਕੋਈ ਫਰਕ ਨਹੀਂ। अच्छा ठीक है, तो फिर मैं ਇਹਨੂੰ ਉੱਪਰ ਕਰਕੇ ਤੇ ਮੈਂ ਪੜ੍ਹੀ ਜਾਣਾ। ਹਾਂਜੀ ਠੀਕ ਹੈ। ਇਹ ਜਿਹੜੀ ਪੜ੍ਹ ਲਓ। ਮੇਰਾ ਜ਼ਫਰਨਾਮਾ ਚ ਮੈਂ ਸਚਿਆਰ ਵਾਲੇ ਸ਼ਬਦ ਖੋਜੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਸਚਿਆਰ ਬਣਨ ਵਾਸਤੇ ਕਿਵੇਂ ਸਮਝਾਇਆ ਉਹਨੂੰ ਕਿ ਤੂੰ ਹੂੰ। ਵੱਡਾ ਬਾਦਸ਼ਾਹ ਹੈ ਤੇ ਤੇਰੀਆਂ ਕਰਤੂਤਾਂ ਕੀ ਨੇ ਤੇ ਤੈਨੂੰ ਕਿਵੇਂ ਹੋਣਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਦੇ ਜ਼ਫਰਨਾਮਾ ਚ ਲਾਈਨਾਂ ਜਿਹੜੀਆਂ ਨੇ ਫਾਰਸੀ ਦੀਆਂ, ਉਹਨਾਂ ਦਾ ਤਰਜਮਾ ਇੰਗਲਿਸ਼ ਪੰਜਾਬੀ ਵਿੱਚੋਂ ਕੱਢ ਕੇ ਮੈਂ ਇਕੱਠਾ ਕੀਤਾ। ਹਾਂਜੀ ਸੋ ਗੁਰੂ ਸਾਹਿਬ ਕਹਿ ਰਹੇ ਉਹਨੂੰ, ਹਾਂ ਅੱਛਾ ਪੰਜਾਬੀ ਵੀ ਸੁਣਾਓ ਨਾ। ਹਾਂਜੀ ਠੀਕ ਹੈ, ਇੱਕ ਮਿੰਟ ਰੁਕ ਜਾਓ। ਹਾਂਜੀ, ਰੱਬ ਧਰਮ ਦਾ ਰਾਖਾ ਅਤੇ ਵਡਿਆਈ ਦਾ ਘਰ, ਸੱਚ ਨੂੰ ਪਛਾਣਦਾ ਹੈ ਅਤੇ ਧਾਰਮਿਕ ਗ੍ਰੰਥਾਂ ਦਾ ਰੱਬ ਸਿਆਣਪ ਦਾ ਪਹਾੜ ਅਤੇ ਅਕਲ ਦਾ ਮਾਲਕ, ਸੱਚ ਨੂੰ ਪਛਾਣਦਾ ਹੈ, ਸਭ ਸੰਸਾਰ ਉਸ ਨੂੰ ਜਾਣਦਾ ਹੈ। ਹੂੰ। ਮੈਨੂੰ ਤੇਰੇ ਪ੍ਰਬੰਧਕਾਂ ਉੱਤੇ ਰਤੀ ਪਰ ਵੀ ਵਿਸ਼ਵਾਸ ਨਹੀਂ, ਕਿਉਂਕਿ ਉਹਨਾਂ ਸੱਚ ਦਾ ਮਾਰਗ ਤਿਆਗ ਦਿੱਤਾ ਹੈ। ਹੂੰ। ਜੇ ਤੂੰ 100 ਵਾਰ ਕੁਰਾਨ ਦੀ ਕਸਮ ਚੁੱਕਿਆ ਹੈ ਤਾਂ ਵੀ ਮੈਂ ਤੇਰੇ ਸ਼ਬਦ ਤੇ ਰਤੀ ਵੀ ਵਿਸ਼ਵਾਸ ਨਹੀਂ ਕਰਾਂਗਾ। ਮੈਨੂੰ ਤੇਰੇ ਅਸੂਲਾਂ ਤੇ ਬੇਹੱਦ ਹੈਰਾਨੀ ਹੈ, ਕਿਉਂਕਿ ਸੱਚ ਦੇ ਉਲਟ ਬੋਲਣਾ ਸਦਾ ਦੁੱਖ ਪੁਜਾਂਦਾ ਹੈ। ਹੂੰ। ਤੇ ਮੈਂ ਵਿੱਚੋਂ ਵਿੱਚੋਂ ਲਾਈਨਾਂ ਬੋਲ ਰਿਹਾ। ਹਾਂਜੀ ਹਾਂਜੀ ਆਪਣੀ ਜ਼ਾਲਮ ਤਲਵਾਰ ਮਜ਼ਲੂਮਾਂ ਤੇ ਨਾ ਚਲਾ, ਕੁਦਰਤੀ ਤਾਕਤ ਤੇਰਾ ਹੀ ਖੂਨ ਬਹਾਏਗੀ ਇੱਕ ਦਿਨ। ਭਾਵੇਂ ਤੂੰ ਬਾਦਸ਼ਾਹ ਦਾ ਬਾਦਸ਼ਾਹ ਹੈ, ਪਰ ਸੱਚੇ ਗੁਨਾਹ ਤੋਂ ਬਿਨਾ ਤੂੰ ਬਹੁਤ ਹੀ ਮਾਮੂਲੀ ਹੈ। ਹੂੰ। ਜਿਹੜਾ ਮਨੁੱਖ ਸੱਚ ਦੀ ਖੇਡ ਖੇਡਦਾ ਹੈ ਅਤੇ ਸੱਚੇ ਰਸਤੇ ਤੇ ਚੱਲਦਾ ਹੈ, ਉਸ ਤੇ ਰੱਬ ਦੀ ਮਿਹਰ ਰਹਿੰਦੀ ਹੈ। ਹੂੰ। ਇਹ ਜ਼ਫਰਨਾਮਾ ਚ ਮੈਂ ਲਾਈਨਾਂ ਕੱਢੀਆਂ ਨੇ ਸੱਚ ਬਾਰੇ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ ਫॉर ਸ਼ੇਅਰਿੰਗ ਜੀ। ਜਿਹੜਾ ਸੱਚ ਦੀ ਖੇਡ ਖੇਡਦਾ ਹੈ ਜੀ, ਦੈਟਸ ਵੈਰੀ ਇੰਪੋਰਟੈਂਟ ਥਿੰਗ। ਹਾਂਜੀ ਜੀਵਨ ਜਿਹਦਾ ਜੀਵਨ ਸੱਚਾ ਹੈ, ਹਾਂਜੀ, ਸੱਚ ਦੀ ਖੇਡ ਖੇਡਦਾ, ਜੀਵਨ ਸੱਚ। ਬਿਲਕੁਲ ਬਿਲਕੁਲ, ਜਿਹੜੀ ਹੈ ਹੀ ਖੇਡ ਵੀ ਸੱਚ ਦੀ ਹੈ, ਜੀਵਨ ਵੀ ਸੱਚ ਦੇ ਉੱਤੇ ਹੀ ਆ। ਮਹਾਰਾਜ ਨੇ ਕਿਹਾ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਹਾਂਜੀ ਜਿਹੜਾ ਕਿਰਦਾਰ ਹੈ, ਆਚਾਰ ਹੈ, ਵਿਚਾਰਾਂ ਦੇ ਉੱਤੇ ਬੇਸਡ ਆ ਜਿਹੜਾ, ਉਹਦੀ ਪ੍ਰਵਾਨਗੀ ਹੈ। ਇਹੀ ਜਿਹੜੀ ਖਾਲਸੇ ਦਾ ਆਦਰਸ਼ ਵੀ ਇੱਧਰ ਹੀ ਸੀ। ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਅੱਗੇ 8 ਗੁਰੂਆਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਸਿਖਰ ਦੇ ਉੱਤੇ ਲਿਆਂਦਾ, ਜਿਹੜਾ ਇਹ ਸੀ, ਉਹਦੇ ਚ ਉਹੀ ਆਦਰਸ਼ ਸੀ, ਉਹੀ ਭਾਵਨਾ ਸੀ। ਉਹਨੂੰ ਜਿਹੜਾ ਇੱਕ ਤਰ੍ਹਾਂ ਜਿਹੜਾ ਪ੍ਰਗਟ ਕਰਕੇ ਸਾਰੀ ਮਨੁੱਖਤਾ ਦੇ ਸਾਹਮਣੇ ਇੱਕ ਓਪਨ ਤੌਰ ਤੇ ਖੰਡੇ ਦੀ ਪਹਾਲ ਦੇ ਕੇ ਜਿਹੜਾ ਉਹਨਾਂ ਨੇ ਕਰਤਾ, ਜਿਹੜਾ ਕਿ ਪਹਿਲਾਂ ਤਾਂ ਕਿ ਅੱਗੇ ਤੋਂ ਅੱਜ ਤੋਂ ਕੋਈ ਇਹ ਨਾ ਇਹ ਡਰੂਗਾ, ਨਾ ਪੱਖਪਾਤੀ ਹੋਊਗਾ, ਨਾ ਇਹ ਊਚ ਨੀਚ ਵਿਸ਼ਵਾਸ ਕਰੂਗਾ। ਈਵਨ ਮਾਤਾ ਸਾਹਿਬ ਕੋਲਾਂ ਨੇ ਮਿਠਾਸ ਲਈ, ਨਿਮਰਤਾ ਦੇ ਲਈ ਨਾਲ ਪਤਾਸੇ ਪਾਏ ਜਦੋਂ ਖੰਡੇ ਕੀ ਪਹਲ ਤਿਆਰ ਕੀਤੀ ਹੈ ਜੀ। ਬੀਬੀਆਂ ਦਾ ਵੀ ਦਰਜਾ ਉਹੀ ਤੁਸੀਂ ਦੇਖੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਪਰਸਨਲ ਬਾਡੀਗਾਰਡ ਮਾਈ ਭਾਗੋ, ਮਾਤਾ ਭਾਗ ਕੌਰ, ਉੱਥੇ ਨੰਦੇੜ ਸਾਹਿਬ ਤੱਕ ਜਾਂਦੀ ਆ ਉਹ ਨਾਲ ਹੈ ਜੀ। ਇੰਨਾ ਉੱਚਾ ਸੁੱਚਾ ਜੀਵਨ ਸੀ। ਹਾਂਜੀ ਡਾਕਟਰ ਆਪਣੇ ਕੁਲਵਿੰਦਰ ਸਿੰਘ ਜੀ, ਥੈਂਕ ਯੂ ਫॉर ਜੁਆਇਨਿੰਗ ਅਸ। ਅੱਗੇ 5-6 ਮਿੰਟਾਂ ਲਈ ਤੁਸੀਂ ਦੱਸੋ। ਅਸੀਂ ਅੱਜ ਦਾ ਜਿਹੜਾ ਟੌਪਿਕ ਕਵਰ ਕਰ ਰਹੇ ਹਾਂ ਵੀ ਖਾਲਸੇ ਦੀ ਜਿਹੜੀ ਸੰਪੂਰਨਤਾ ਹੈ, ਇਧਰਲੇ ਪਾਸੇ ਜਿਹੜੀ ਪ੍ਰਗਟ ਦਿਹਾੜਾ ਹੈ, ਜਿਹੜਾ ਇਹ ਸਚਿਆਰ ਮਨੁੱਖ ਦੀ ਕਹਾਣਤ ਦੀ ਸਿਖਰ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿੱਚ। ਉਹਨਾਂ ਨੇ ਅੰਦਰਲੀ ਤੇ ਬਾਹਰਲੀ ਦਿੱਖ ਦੇ ਕੇ, ਨਾਸ਼ ਡਾਕਟਰਨ ਦੇ ਕੇ, ਉਹਨਾਂ ਨੇ ਜਿਹੜੀ ਸੀ ਇੱਕ ਤਰ੍ਹਾਂ ਜਿਹੜੀ ਬਰਾਬਰਤਾ, ਸਮਾਨਤਾ ਜਿਹੜੀ ਲੈ ਕੇ ਆਂਦੀ, ਤੇ ਸਾਰੇ ਭੇਦ ਭਰਾ ਮਿਟਾ ਕੇ ਬਾਦਸ਼ਾਹੀ ਤੇ ਸਰਦਾਰੀ ਬਖਸ਼ੀ ਸਿੱਖਾਂ ਨੂੰ, ਆਪਦੇ ਸੇਵਕਾਂ ਨੂੰ, ਤੇ ਆਪਦਾ ਰੂਪ ਦੇ ਕੇ ਹੀ ਉਹਨਾਂ ਨੂੰ ਨਿਵਾਜਿਆ। ਤੇ ਜਿਹੜੀ ਰੀਤ ਜਿਹੜੀ ਗੁਰੂ ਨਾਨਕ ਦੀ ਰੀਤ ਦੇ ਵਿੱਚ ਹੋਰ ਵੀ ਪਰਪੱਕਤਾ ਲੈ ਕੇ ਆਂਦੀ। ਤੁਸੀਂ ਆਪਦੇ ਵਿਚਾਰ ਦੱਸੋ ਇਹਦੇ ਬਾਰੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਗੁਸਤਾਖੀ ਮਾਫ, ਸੌਰੀ ਕਿ ਮੈਂ ਲੇਟ ਜੁਆਇਨ ਕੀਤਾ, ਥੋੜਾ ਯਾਰ ਕੋਈ ਪ੍ਰੋਬਲਮ ਸੀ।
ਤੇ ਉਹਦੇ ਲਈ ਮਾਫੀ ਚਾਹਨਾ ਵਾ। ਹਾਂਜੀ, ਸੋ ਮੈਂ ਥੋੜਾ ਵਿੱਚ ਸੋਚਿਆ ਪਹਿਲੇ ਬੁਲਾਰਿਆਂ ਨੂੰ, ਜੋ ਇੱਕ ਗੱਲ ਸ਼ੁਰੂ ਹੋ ਰਹੀ ਸੀ ਕਿ ਇੱਕ ਤੇ ਪ੍ਰੈਪਰੇਸ਼ਨ ਦੀ ਗੱਲ ਸ਼ੁਰੂ ਹੋ ਰਹੀ ਸੀ ਕਿ ਚੀਜ਼ ਵਾਸਤੇ ਪਹਿਲਾਂ ਤਿਆਰੀ ਕੀਤੀ ਗਈ, ਹਰ ਚੀਜ਼ ਵਾਸਤੇ। ਤੇ ਉਹ ਮਤਲਬ ਉਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਬਹੁਤ ਲੰਬੀ ਪਹਿਲਾਂ ਤਿਆਰੀ ਸੀ ਇੱਕ ਸਿੱਖ ਪੰਥ ਨੂੰ ਕਰਨ ਵਾਸਤੇ। ਪਰ ਜੋ ਚੀਜ਼ ਜਿਹੜੀ ਹੈ ਸਪੈਸ਼ਲ ਚੀਜ਼ ਜਿਹੜੀ ਇੱਥੇ ਮੈਂ ਸਟ੍ਰੈਸ ਕਰਨੀ ਚਾਹਾਂਗਾ ਕਿ ਗੁਰੂ ਸਾਹਿਬ ਦੀ ਜਿਹੜੀ ਪਰਸੀਵੀਅਰੈਂਸ ਹੈ ਨਾ, ਪਰਸੀਵੀਅਰੈਂਸ ਜਿਹੜੀ ਮਤਲਬ ਉਹ ਸਾਡੇ ਵਾਸਤੇ ਇੱਕ ਐਗਜ਼ਾਮਪਲ ਹੈ ਕਿ ਜੇ ਇਤਿਹਾਸਿਕ ਬਣਨਾ ਹੈ ਤੇ ਯੂ ਹੈਵ ਟੂ ਪਰਸੀਵੀਅਰ। ਇਤਿਹਾਸ ਨੂੰ ਮੈਂ ਜਦੋਂ ਵਿਚਾਰ ਰਿਹਾ ਸਾਂ ਤੇ ਮੈਂ ਕੀ ਸੋਚ ਰਿਹਾ ਸਾਂ ਕਿ ਦੇਖੋ ਗੁਰੂ ਸਾਹਿਬਾਂ ਨੇ ਇੰਨਾ ਪ੍ਰਚਾਰ ਕਰਨ ਤੋਂ ਬਾਅਦ ਪਹਿਲਾਂ ਮਤਲਬ ਖਾਲਸਾ ਪੰਥ ਸਾਜਿਆ, ਪਹਿਲਾਂ ਸ਼ਹਿਰ ਵਸਾਇਆ ਅਨੰਦਪੁਰ ਸਾਹਿਬ, ਹਾਂਜੀ, ਫਿਰ ਇੰਨੀਆਂ ਜੰਗਾਂ ਕਰਨ ਤੋਂ ਬਾਅਦ ਇੰਨੀਆਂ ਸ਼ਹੀਦੀਆਂ ਪਾਈਆਂ, ਆਪਣੇ ਬੱਚੇ ਬਾਰੇ ਸਿੰਘ ਬਾਰੇ, ਕਿਲੇ ਖਾਲੀ ਕੀਤੇ ਕਿ ਕਿਲੇ ਤੋਂ ਬੇਕਿਲਾ ਹੋਏ। ਲੇਕਿਨ ਦੇਖੋ ਗੁਰੂ ਸਾਹਿਬ ਦਾ ਮਤਲਬ ਜਿਹੜਾ ਕ੍ਰਿਸ਼ਮਾ ਜਿਹੜਾ ਦੇਖਣ ਵਾਲਾ ਹੈ ਨਾ ਸਾਡੇ ਵਾਸਤੇ, ਕਿ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਤੇ ਗੁਰੂ ਸਾਹਿਬ ਪਰਸਪਰ ਆਪਣੀ ਕੰਪੇਨ ਨੂੰ ਜਾਰੀ ਰੱਖਦੇ ਨੇ। ਕਿਲੇ ਤੋਂ ਬਾਹਰ ਜਾਣ ਤੋਂ ਬਾਅਦ, ਲੜਾਈਆਂ ਲੜਨ ਤੋਂ ਬਾਅਦ ਗੁਰੂ ਸਾਹਿਬ ਫੇਰ ਜਦੋਂ ਇੱਧਰ ਆਉਂਦੇ ਨੇ ਬਠਿੰਡੇ ਵਾਲੇ ਪਾਸੇ, ਗੁਰੂ ਸਾਹਿਬ ਫੇਰ ਸੰਗਤਾਂ ਨੂੰ ਜੋੜਨਾ ਤੇ ਉਹੀ ਤਿਆਰੀ ਸ਼ੁਰੂ ਕਰਨੀ। ਨਾਲ ਦੇ ਨਾਲ ਜਿਹੜਾ ਜ਼ਫਰਨਾਮਾ ਮੈਂ ਵਿਚਾਰ ਕਰ ਰਿਹਾ ਸਾਂ ਪੰਚਮ ਪਾਤਸ਼ਾਹ ਦੇ ਵੇਲੇ ਦਾ ਇਤਿਹਾਸ ਤੇ ਦਸਮ ਪਾਤਸ਼ਾਹ ਦੇ ਵੇਲੇ ਦਾ ਇਤਿਹਾਸ। ਪੰਚਮ ਪਾਤਸ਼ਾਹ ਦੇ ਵੇਲੇ ਵੀ ਪੱਤਰੀ ਚਲਾਓ ਦੀ ਗੱਲ ਆਉਂਦੀ, ਲਿਖਣ ਪੜਨ ਦੀ ਗੱਲ ਆਉਂਦੀ ਹੈ ਕਿ ਪੰਚਮ ਪਾਤਸ਼ਾਹ ਦੇ ਜਦੋਂ ਸੁਲੀ ਖਾਨ ਨੇ ਅਟੈਕ ਕੀਤਾ ਤੇ ਉਹਦੇ ਬਾਰੇ ਆਂਦਾ ਕਿ ਪਸਮੇ ਮਤਾ ਜੇ ਪੱਤਰੀ ਚਲਾਓ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਓ, ਤ੍ਰਿਤੀਏ ਮਤਾ ਕਿਛ ਕਰੋ ਪਾਇਆ। ਤੇ ਲਾਸਟ ਚੌਥਾ ਹੱਲ ਕੀ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਨਾ ਪੋਸੀਬਲ ਹੋਣ ਜਾਂ ਮਨ ਨਾ ਮੰਨਦਾ ਹੋਵੇ। ਇੱਥੇ ਗੁਰੂ ਸਾਹਿਬ ਨੇ ਚੀਜ਼ਾਂ ਟਰਾਈ ਨਹੀਂ ਕੀਤੀਆਂ, ਗੁਰੂ ਅਰਜਨ ਪਾਤਸ਼ਾਹ ਨੇ। ਉਹ ਕਹਿੰਦੇ ਪੱਤਰੀ ਚਲਾਉਣ ਵਾਲਾ ਕੰਮ ਨਹੀਂ, ਮਨ ਨਹੀਂ ਮੰਨਦਾ। ਦੋਏ ਮਨੁੱਖ ਬਚਾਓ, ਬੰਦੇ ਭੇਜੇ ਸਲਾਹ ਵਾਸਤੇ, ਗੁਰੂ ਸਾਹਿਬ ਨੇ ਨਹੀਂ, ਇਹ ਵੀ ਮਨ ਨਹੀਂ ਮੰਨਦਾ। ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਕੁਝ ਲੜਾਈ ਵਾਸਤੇ ਤਿਆਰੀ ਕਰੀਏ, ਗੁਰੂ ਸਾਹਿਬ ਨੇ ਇਹਦੀ ਵੀ ਲੋੜ ਨਹੀਂ। ਮੈਂ ਸਭ ਕੁਝ ਛੋੜ ਬਾਬ ਤੁਸੀਂ ਤੇ ਆਇਆ, ਗੁਰੂ ਅੱਗੇ ਪਰਮਾਤਮਾ ਅੱਗੇ ਅਰਦਾਸ ਕਰੋ ਤੇ ਪਰਮਾਤਮਾ ਆਪ ਸਹਾਈ ਹੋਏਗਾ। ਤੇ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਸੁਲਹੀ ਹੋਏ ਮੁਆ ਨਾ ਪਾ, ਕਿ ਸੁਲੀ ਖਾਨ ਦਾ ਘੋੜਾ ਉਹ ਪੱਠੇ 'ਚ ਡਿੱਗ ਕੇ ਹੋ ਗਏ। ਹੁਣ ਦਸਮ ਪਾਤਸ਼ਾਹ ਵੇਲੇ ਦੇਖੋ ਇੰਨਾ ਕੁਛ ਕਰਨ ਤੋਂ ਬਾਅਦ, ਇੰਨੀਆਂ ਕੁਰਬਾਨੀਆਂ ਸ਼ਹੀਦੀਆਂ ਪਾਉਣ ਤੋਂ ਬਾਅਦ ਪਾਤਸ਼ਾਹ ਕੀ ਕਰਦੇ ਪਏ ਨੇ? ਚਿੱਠੀ ਲਿਖਦੇ ਪਏ ਨੇ ਕਿ ਤੇ ਉਹ ਚਿੱਠੀ ਹੀ ਜਿਹੜਾ ਜ਼ਫਰਨਾਮਾ ਹੈ ਉਹ ਉਹਦੀ ਇੱਕ ਹਾਰ ਦਾ ਕਾਰਨ ਬਣ ਜਾਂਦਾ ਹੈ। ਕਿਉਂਕਿ ਉਹਨੂੰ ਕਈ ਵਾਰੀ ਕੀ ਹੁੰਦਾ ਹੈ, ਮਨ ਸਵਾਲ ਆਏਗਾ ਕਈ ਵਾਰੀ ਸਾਡੇ 'ਚ, ਜੇ ਗੁਰੂ ਸਾਹਿਬਾਂ ਨੇ ਜ਼ਫਰਨਾਮੇ ਦੇ ਨਾਲ ਹੀ ਉਹਨੂੰ ਘਾਇਲ ਕਰਨਾ ਸੀ ਤੇ ਮਾਰਨਾ ਸੀ ਔਰੰਗਜ਼ੇਬ ਨੂੰ, ਤੇ ਇੰਨੀਆਂ ਜੰਗਾਂ ਵਾਈਡ ਨਹੀਂ ਸੀ ਹੋ ਸਕਦੀਆਂ, ਇਹ ਬਚਾਈਆਂ ਨਹੀਂ ਸੀ ਜਾ ਸਕਦੀਆਂ, ਪਹਿਲਾਂ ਹੀ ਗੁਰੂ ਸਾਹਿਬ ਜ਼ਫਰਨਾਮਾ ਲਿਖ ਦਿੰਦੇ। ਉਹ ਮੇਰੇ ਮਨ 'ਚ ਇੱਕ ਐਗਜ਼ਾਮਪਲ ਆ ਰਹੀ ਸੀ, ਆਮ ਤੌਰ ਤੇ ਸੁਣੀਦਾ ਕਿ ਕਈ ਪੇਰੈਂਟਸ ਕੀ ਕਰਦੇ ਆ ਕਿ ਬੱਚਾ ਜਦੋਂ ਕਿਸੇ ਚੀਜ਼ ਨੂੰ ਫੜ ਕੇ ਖੇਡ ਰਿਹਾ ਹੁੰਦਾ ਨਾ, ਮੰਨ ਲਓ ਬੱਚੇ ਦੇ ਹੱਥ ਵਿੱਚ ਕੋਈ ਖਿਡੌਣਾ ਹੈ, ਉਹ ਖੇਡ ਰਿਹਾ ਹੁੰਦਾ ਤੇ ਪੇਰੈਂਟਸ ਜਿਹੜੇ ਸਿਆਣੇ ਉਹਨੂੰ ਰੋਕਦੇ ਨਹੀਂ, ਇਹਨੇ ਤੋੜਨਾ, ਮੈਨੂੰ ਤੋੜਨ ਦਿਓ, ਇਹ ਤੋੜੇਗਾ ਤੇ ਮਹਿਸੂਸ ਕਰੇਗਾ ਕਿ ਮੈਂ ਗਲਤੀ ਕੀਤੀ। ਸੋ ਕਈ ਵਾਰੀ ਵੱਡੇ ਵੱਡੇ ਰਾਜਿਆਂ ਦੀ ਵੀ ਬਿਰਤੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਹੋਰ ਵੀ ਵਾਲੇ ਆਉਂਦੇ ਨੇ ਇਸ ਤਰ੍ਹਾਂ। ਇੱਕ ਉਹ ਭਗਤ ਨਾਮਦੇਵ ਦੀ ਸਾਖੀ ਹੈ, ਉਹਦੇ ਵਿੱਚ ਬਿਸਮਿਲ ਗਊ ਦਿਓ ਜਵਾਏ ਨਾਦਰ ਮਾਰੋ ਉਠਾਏ, ਉਹ ਬੜੀ ਲੰਬੀ ਹਿਸਟਰੀ ਹੈ। ਉਹ 'ਚ ਦੱਸਦੇ ਹੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ 3 ਵਾਰੀ ਜਿਹੜੀਆਂ ਕਰਾਮਾਤਾਂ ਹੁੰਦੀਆਂ ਨੇ ਉੱਥੇ, ਜਦੋਂ ਉਹਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਮਦੇਵ ਤੇ, ਉਹ ਵੀ ਨਹੀਂ, ਪਾਣੀ 'ਚ ਡੁੱਬ ਜਾਂਦਾ, ਉਹ ਵੀ ਨਹੀਂ ਹੁੰਦਾ। ਉਹ ਅਖੀਰ ਤੇ ਜਿਹੜੀ ਮੈਂ ਚੀਜ਼, ਉਹ ਕਹਿੰਦੇ ਨੇ 3 ਬਾਰ ਜਾਂ ਪਤੀਆਂ ਪਤੀਨਾ, 3 ਵਾਰੀ ਕਰਾਮਾਤ ਹੋ ਗਈ ਹੈ, ਸਾਰੀ ਪਬਲਿਕ ਦੇਖ ਰਹੀ ਹੈ। ਲੇਕਿਨ ਰਾਜੇ ਦਾ ਹੰਕਾਰੀ ਮਨ ਅਜੇ ਵੀ ਠੀਕ ਨਹੀਂ ਹੋਇਆ, ਮਨ ਕਠੋਰ ਅਜੂ ਨਾ ਪਤੀਨਾ। ਪਰ ਕਹਿੰਦੇ ਅਹੰਕਾਰੀ ਇੰਨਾ ਹੋਇਆ ਪਿਆ ਕਿ ਸਾਹਮਣੇ ਕ੍ਰਿਸ਼ਮੇ ਹੁੰਦੇ ਹੋ ਰਹੇ ਵੇਖ ਕੇ ਵੀ ਇਹ ਉਹਨਾਂ ਤੋਂ ਮੁਨਕਰ ਹੈ, ਇਹ ਫਿਰ ਵੀ ਨਹੀਂ ਸਮਝਦਾ। ਸੋ ਜੋ ਮੈਂ ਚੀਜ਼ ਪੁਆਇੰਟ ਤੇ ਆਣਾ ਚਾਹਨਾ ਵਾਂ ਕਿ ਔਰੰਗਜ਼ੇਬ ਨੂੰ ਵੀ ਜਦ ਤੱਕ ਉਹ ਇੰਨੀਆਂ ਗਲਤੀਆਂ ਤਸ਼ੱਦਦ ਕਰਨ ਤੋਂ ਪਹਿਲਾਂ ਸਮਝਾਇਆ ਜਾਂਦਾ ਤੇ ਉਹਨੇ ਸਮਝਣਾ ਹੀ ਨਹੀਂ। ਜਦੋਂ ਉਹਦੇ ਸਾਹਮਣੇ ਪ੍ਰਤੱਖ ਉਹਦੀਆਂ ਕੀਤੀਆਂ ਗਲਤੀਆਂ ਗੁਰੂ ਸਾਹਿਬ ਨੇ ਦੱਸੀਆਂ ਕਿ ਦੇਖ ਤੂੰ ਆਪਣੇ ਆਪ ਨੂੰ ਯੋਧਾ ਸਮਝਦਾ, ਮੈਂ ਤੂੰ ਕੋਈ ਯੋਧੇ ਵਾਲਾ ਅਸੂਲ ਨਹੀਂ ਮੰਨਿਆ, ਤੂੰ ਕਿਸੇ ਚੀਜ਼ ਨੂੰ ਨਹੀਂ ਮੰਨਿਆ, ਤੂੰ ਸਭ ਥਾਂ ਤੇ ਕਾਨੂੰਨ ਨੂੰ ਮਤਲਬ ਪਾਸੇ ਰੱਖ ਕੇ
ਹਰ ਧਰਮ ਨੂੰ ਪਾਸੇ ਰੱਖ ਕੇ ਝੂਠ ਦੇ ਆਸਰੇ ਨਾਲ ਸਭ ਕੁਝ ਕੀਤਾ ਤੇ ਫਿਰ ਦੇਖ ਮੈਂ ਫਿਰ ਵੀ ਬਰਕਰਾਰ ਹਾਂ। ਸੋ ਇਹ ਉਹਨੂੰ ਦੱਸਣਾ ਸੀ ਕਿਉਂਕਿ ਉਹ ਜਿਹੜਾ ਹੰਕਾਰੀ ਰਾਜਾ ਸੀ ਜਿਹੜਾ ਔਰੰਗਜ਼ੇਬ, ਉਹ ਵੀ ਕਿਸੇ ਨਾ ਕਿਸੇ ਕੋਰਨ ਚ ਇੱਕ ਝੂਠ ਆਪਣੇ ਕੋਲ ਪਾਲ ਕੇ ਬੈਠਾ ਸੀ ਜਿਹਨੂੰ ਸੱਚ ਸਮਝੀ ਬੈਠਾ ਸੀ ਕਿ ਮੈਂ ਬੜਾ ਵੱਡਾ ਰਾਜਾ, ਮੈਂ ਬੜਾ ਧਰਮੀ ਰਾਜਾ ਹਾਂ। ਗੁਰੂ ਸਾਹਿਬ ਨੇ ਉਹਨੂੰ ਉੱਥੇ ਅੱਗੇ ਦੱਸਿਆ ਕਿ ਤੂੰ ਧਰਮੀ ਰਾਜਾ ਨਹੀਂ ਹੈਗਾ, ਤੂੰ ਜਿੰਨੀਆਂ ਜੰਗਾਂ ਲੜਦਾ ਤੂੰ ਧੋਖੇ ਨਾਲ ਲੜਦਾ ਮੈਂ ਤੇ ਤੂੰ ਬੇਈਮਾਨੀ ਨਾਲ ਲੜਦਾ ਮੈਂ, ਤੇਰੇ ਚ ਇੱਕ ਸਿਪਾਹੀ ਵਾਲੇ ਵੀ ਅਸੂਲ ਨਹੀਂ ਨੇ। ਸੋ ਜਿਹੜੀ ਮਤਲਬ ਪਰਸੀਵਰੈਂਸ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਇੰਨਾ ਕੁਛ ਹੋਣ ਤੋਂ ਬਾਅਦ ਦੇਖੋ ਕਲਮ ਦੀ ਤਾਕਤ ਨੂੰ ਵਰਤਦੇ ਨੇ ਜੀ, ਔਰ ਕਲਮ ਦੀ ਤਾਕਤ ਬਿਲਕੁਲ ਟਿਕਾਣੇ ਜਾ ਕੇ ਤੀਰ ਦੇ ਵਾਂਗੂ ਲੱਗਦੀ ਹੈ ਤੇ ਉਹ ਕਹਿੰਦੇ ਬਾਦਸ਼ਾਹ ਅਖੀਰ ਤੇ ਪਛਤਾਉਂਦਾ ਵੀ ਹੈ ਤੇ ਉਹ ਆਪਣੀ ਜ਼ਾਹਰ ਕਰਦਾ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਵਾਂ। ਉਹ ਇਤਿਹਾਸ ਦੱਸਦਾ ਹੈ ਕਿ ਉਹਨੂੰ ਦਰਸ਼ਨ ਗੁਰੂ ਸਾਹਿਬ ਦੇ ਨਹੀਂ ਹੋ ਸਕੇ, ਅਖੀਰ ਤੇ ਬੜੀ ਮਤਲਬ ਬੁਰੀ ਤਰ੍ਹਾਂ ਦਾ ਉਹਦੀ ਡੈਥ ਹੋਈ ਹੈ ਤੜਫ ਕੇ, ਲੇਕਿਨ ਮਤਲਬ ਉਹਦੇ ਅੰਦਰ ਇੱਛਾ ਪੈਦਾ ਹੋ ਗਈ ਸੀ ਗੁਰੂ ਸਾਹਿਬ ਦੇ ਦਰਸ਼ਨ। ਸੋ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਇੱਕ ਕਲਮ ਦੀ ਤਾਕਤ ਨੂੰ ਵਰਤਣਾ ਕਿ ਗੁਰੂ ਕੋਲ ਹਮੇਸ਼ਾ ਹੀ ਆਪਸ਼ਨਸ ਓਪਨ ਹੁੰਦੀਆਂ। ਅਸੀਂ ਸੋਚ ਲੈਂਦੇ ਹਾਂ ਕਿ ਖਰੇ ਆਪਸ਼ਨ ਬੰਦ ਹੋ ਗਈ ਹੈ, ਪਰ ਗੁਰੂ ਹਰ ਆਪਸ਼ਨ ਨੂੰ ਵਰਤਦਾ ਹੈ ਤੇ ਉਹਨੂੰ ਬਿਲਕੁਲ ਸਾਕਾਰ ਤਰੀਕੇ ਨਾਲ ਵਰਤਦਾ ਹੈ। ਤੇ ਇੰਨੀ ਚੀਜ਼ ਕਹਿ ਕੇ ਮੈਂ ਬਸ ਕਰਾਂਗਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਮੈਂ ਤਾਂ ਆਪਾਂ ਪ੍ਰੋਗਰਾਮ ਦੀ ਸਮਾਪਤੀ ਵਾਲੇ ਪਾਸੇ ਜਾ ਰਹੇ ਹਾਂ। ਮੈਂ ਤਾਂ ਇਹੀ ਕਹਾਂਗਾ, ਜਿਸ ਤਰ੍ਹਾਂ ਪਹਿਲਾਂ ਕਹਿ ਚੁੱਕਾ ਕਿ ਜਿਹੜੀ ਖਾਲਸੇ ਦੀ ਸਾਜਣਾ ਹੈ, ਇਹ ਸਿਖਰ ਹੈ ਉਸ ਵਿਚਾਰਧਾਰਾ ਦਾ, ਜਿਸ ਦਾ ਜਿਹੜਾ ਮੂਲ ਸੀ ਉਹ ਸ਼ਕਤੀ ਸੀ, ਭਗਤੀ ਸੀ, ਉਹਦਾ ਜੋੜ। ਇਸ ਜੋੜ ਦੇ ਦੁਆਰਾ ਜੁੜਿਆ ਹਰ ਬੰਦਾ ਨਾਮੀ ਵੀ ਹੋਵੇ, ਦਾਨੀ ਵੀ ਹੋਵੇ, ਵੀਰ ਵੀ ਹੋਵੇ, ਸੰਤ ਵੀ ਹੋਵੇ, ਸਿਪਾਹੀ ਵੀ ਹੋਵੇ, ਜੋਗੀ ਵੀ ਹੋਵੇ, ਗ੍ਰਸਤੀ ਵੀ ਹੋਵੇ, ਦੁਨੀਆਦਾਰ ਦੀ ਵੀ ਹੋਵੇ, ਲੇਕਿਨ ਦੁਨੀਆ ਦੀ ਪਕੜ ਤੋਂ ਨਿਰਲੇਪ ਹੋਵੇ। ਇਹ ਖਾਲਸੇ ਦਾ ਆਦਰਸ਼ ਸੀ ਜਿਹੜਾ ਮਹਾਰਾਜ ਨੇ ਬਣਾਇਆ। ਤੇ ਮੌਤ ਵੀ ਜਿਹਦੇ ਲਈ, ਜਿਹਦਾ ਜੀਵਨ ਹੋਵੇ, ਮੌਤ ਦੇ ਵਿੱਚੋਂ ਵੀ ਜੀਵਨ ਲੱਭੇ ਤੇ ਹਮੇਸ਼ਾ ਗੁਰੂ ਦੇ ਤੋਂ ਬੇਮੁਖ ਨਾ ਹੋਵੇ, ਗੁਰੂ ਦੇ ਸਨਮੁਖ ਰਹੇ, ਧਰਮ ਦੀ ਕਿਰਤ ਕਰੇ, ਵੰਡ ਛਕੇ, ਸਰਬੱਤ ਦਾ ਭਲਾ ਜੀਵਨ ਦੇ ਵਿੱਚ ਆਵੇ ਤੇ ਜ਼ੁਲਮ ਦੇ ਅਗੇਂਸਟ ਡਟ ਕੇ ਖੜਨ ਦੀ ਜੁਰਤ ਹੋਵੇ ਤੇ ਮੁਕਾਬਲਾ ਕਰੇ ਉਹਦੇ ਨਾਲ। ਐਵੇਂ ਨਹੀਂ ਸਿੰਘਾਂ ਨੇ ਤੇਗਾਂ ਚਲਾਈਆਂ। ਇਹ ਕਿਰਪਾਨ ਕੱਲੀ ਰਸਮੀ ਸਿੰਬਲ ਨਹੀਂ ਹੈ, ਇਹ ਜਿਹੜੀ ਦਿੱਤੀ ਸੀ ਇਹ ਕਿਰਪਾ ਦੀ ਆਨ ਸੀ। ਜਦੋਂ ਨਿਕਲੀ ਸੀ, ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਐਸਟੈਬਲਿਸ਼ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ, ਮਿਸਲਾ ਨੇ। ਐਵੇਂ ਨਹੀਂ ਹੋਇਆ। ਉੱਥੇ ਤਾਂ ਜੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ ਸੀ ਪੈ ਗਏ ਸੀ, ਉਦੋਂ ਵੀ ਬੋਤਾ ਸਿੰਘ ਤੇ ਗਰਜਾ ਸਿੰਘ ਖੜ ਗਏ ਸੀ ਲੈ ਕੇ, ਕਿਉਂਕਿ ਇਹ ਜਿਹੜੀ ਇੱਕ ਸਵੈਮਾਨ ਦੀ ਭਾਵਨਾ ਹੈ, ਇਹ ਜਿਹੜੀ ਇੱਕ ਸਿੱਖ ਸੋਵਰੈਨਿਟੀ ਦੀ ਭਾਵਨਾ ਹੈ, ਇਹ ਮਨਾਂ ਦੇ ਵਿੱਚ ਇਹ ਮਹਾਰਾਜ ਨੇ ਸਾਡੇ ਪੈਦਾ ਕੀਤੀ ਸੀ। ਪਰ ਉਹ ਜਿੱਥੇ ਇਹ ਪੰਜ ਕਕਾਰੀ ਰਹਿਤ ਨਾਲ ਕੁਰੈਤਾਂ ਨਾਲ ਨਾਸ਼ ਡਾਕਟਰਾਂ ਦੱਸੀ। ਮੈਂ ਆਲ ਕਲੋਜ਼ ਕਰਾਂਗਾ ਇਸ ਗੱਲ ਦੇ ਨਾਲ ਜੋ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੈ, ਕਿਉਂਕਿ ਮੈਨੂੰ ਉਹਦੀ ਅੰਗਰੇਜ਼ੀ ਤਾਂ ਬੜੀ ਉੱਚੀ ਹੈ, ਕਈ ਵਾਰ ਸਮਝ ਤੋਂ ਉੱਪਰ ਨਿਕਲ ਜਾਂਦੀ ਹੈ, ਲੇਕਿਨ ਇੱਕ ਸਿੱਧੀਆਂ ਜਿਹੀਆਂ ਉਹਨਾਂ ਦਾ ਟਰਾਂਸਲੇਟ ਕਿਸੇ ਨੇ ਕਰਕੇ ਕਿਹਾ, ਕਹਿੰਦੇ ਖਾਲਸੇ ਨੂੰ ਪਿਆਰ ਭਰੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਚੇਤਾਵਨੀ ਵੀ ਹੈ। ਉਹ ਕੀ ਕਹਿੰਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਨੇ ਆਪਣੇ ਬੱਚੇ ਖਾਲਸੇ ਨੂੰ ਆਪਣਾ ਸਾਰਾ ਰੂਪ ਬਖਸ਼ਿਆ, ਸਿਰੀ ਸਾਹਿਬ ਬਖਸ਼ੀ, ਕੜਾ ਕਸ਼ਹਿਰਾ ਕਿਰਪਾਨ ਕੰਗਾ ਬਖਸ਼ੇ, ਦਾੜਾ ਬਖਸ਼ਿਆ, ਸਰਦਾਰ ਸੂਰਤ ਬਖਸ਼ੀ, ਸਭ ਬਖਸ਼ ਕੇ ਕਿਹਾ ਇਹ ਮੇਰੇ ਰੂਪ ਨੇ, ਮੈਂ ਇਸ ਰੂਪ ਵਿੱਚ ਤੁਹਾਨੂੰ ਜ਼ਰੂਰ ਦਰਸ਼ਨ ਦਿਆਂਗਾ, ਮੇਰੀ ਯਾਦਗਾਰ ਨੂੰ ਸਾਂਭ ਕੇ ਰੱਖਣਾ, ਇਹ ਮੇਰੀ ਪੂਜਾ ਹੈ, ਇਹ ਮੇਰਾ ਪਿਆਰ ਹੈ, ਮੇਰੇ ਘਰ, ਮੇਰੇ ਸਾਸ, ਮੇਰੇ ਮੰਦਰ, ਮੇਰੇ ਰੂਪ, ਇਹ ਸਭ ਹੈ ਖਾਲਸਾ ਮੇਰੀ तेरे पास अमानत रखे ने। लेट मी रिपीट इट अगेन, मेरे घर, मेरे सास, मेरे मंदिर, मेरे रूप, ये सब है खालसा मेरी तेरे पास अमानत रखे ने। ये चीज़ां मेरियां ने, तेरियां नहीं। मेरी अमानत अपने पास रखी, अमानत विच खियानत ना करी। प्रोफैसर पूरन सिंह, आई विश साडे मनां दे विच भी ऐसी जिहड़ी भावना जो प्रोफैसर पूरन सिंह हुणी कहना चाहुंदे आ खालसे दे प्रगट दिहाड़े दे उत्ते, साडे मनां दे विच भी ऐसी भावना बनी रहे, ऐसा प्यार, ऐसी प्रीत, ऐसी सिदक, ऐसे महाराज दे चरणों के प्रति जिहड़ा हमेशा असीं नतमस्तक हुंदे रहिए ते बनी रहे। ते अगले हफ्ते असीं फिर इसे उत्ते जिहड़े खालसे दे दर्शनां दे उत्ते इहनूं होर भी वधा के असीं गल कवर करांगे नैक्सट वीक। नाले असीं गुरु गोबिंद सिंह जी महाराज दा सी जिहड़ा पहला सफर सी असीं आगरे तक कवर कीता सी। उस तो बाद उन्हां दा ਜਿਹੜਾ ਹੈ ਬਹਾਦਰ ਸ਼ਾਹ ਨੂੰ ਮਿਲਣਾ,
ਬਹਾਦਰ ਸ਼ਾਹ ਵੱਲੋਂ ਮੰਗਾਂ ਪੂਰੀਆਂ ਨਾ ਕਰਨੀਆਂ ਜੋ ਗੁਰੂ ਸਾਹਿਬ ਨਾਲ ਵਾਅਦੇ ਕਰਕੇ, ਤੇ ਫਿਰ ਅੰਤਮ ਦੇ ਵਿੱਚ ਨਾਂਦੇੜ ਜਿਹੜਾ ਉਹਨਾਂ ਨੇ ਜਾਣਾ ਤੇ ਉੱਥੇ ਜੋਤੀ ਜੋਤ ਸਮਾਉਣਾ ਤੇ ਉੱਥੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਜਿਹੜੀ ਗੁਰਿਆਈ ਦੇਣੀ ਹੈ, ਉਹ ਜਿਹੜਾ ਹੈ ਅਸੀਂ ਅਗਲੇ ਹਫਤੇ ਫਿਰ ਕਵਰ ਕਰਾਂਗੇ। ਖਾਲਸੇ ਜਿਹੜੇ ਅੱਜ ਦੇ ਵਿੱਚੋਂ ਰਹਿੰਦੇ ਉਹ ਵੀ ਵਿਚਾਰਾਂ ਦੇ ਨਾਲ। ਹਾਂਜੀ ਸਰਦਾਰ ਮੇਘਰਾਜ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗुरु जी का खालसा, वाहिगुरु जी की फतेह। ਵਾਹਿਗੁਰੂ ਜੀ ਕੀ ਫਤਿਹ। सच के ऊपर सारी बात मतलब सच्ची बात है ना, जो सच्ची वाणी, सच्चा गुरु, सच्चा वाहिगुरु, तो जहाँ सच है तो वहीं गुरु है। तो अगर सच के बिना तो कुछ भी नहीं है जी। तो मैं 5-6 पॉइंट लिखे हैं गुरु साहब के बारे में कि गुरु की सच्ची बात को मानकर जो अमृत पीकर इंसान क्या क्या कर सकता है, मतलब आप जानिए। तो नंबर 1 पर लिखा है कि अगर झूठे और बेईमान इंसान भी गुरु की बात को सच्ची मानकर अमृत पिएंगे, वह भी सच्चे तो ईमानदार बन जाएंगे। अगर डरपोक और कमजोर गुरु की बात को मान करके अमृत पिएंगे, वह भी बेखौफ और ताकतवर बन जाएंगे। अगर जुल्म को सहन करने वाले और हीन भावना रखने वाले भी गुरु की बात को मानकर अमृत पिएंगे, वह भी स्वाभिमानी और जुल्म को खत्म करने वाले बन जाएंगे। अगर गरीब और बेसहारा भी गुरु की सच्ची बात को मानकर अमृत पिएंगे, वो भी दूसरों को सहारा देने वाले और अमीर बन जाएंगे। अगर कोई गुलाम और भिखारी भी गुरु की सच्ची बात को मानकर अमृत पिएंगे, वह भी सतयुग के आजाद बादशाह बन जाएंगे। वाहिगुरु जी का ਖਾਲਸਾ ਵਾਹਿਗੁਰੂ ਜੀ ਫਤਿਹ। ਥੈਂਕ ਯੂ ਜੀ। ਸੋ ਅਗਲੇ ਹਫਤੇ ਅਸੀਂ ਫੇਰ ਗੱਲ ਕਰਾਂਗੇ, ਜਿਹੜੀ ਜਦੋਂ ਗੱਲ ਕਰਾਂਗੇ ਖਾਲਸੇ ਦੇ ਦਰਸ਼ ਦੇ ਬਾਰੇ। ਵੀ ਨੋ ਕੀ ਵੀਕਨੈਸਸ ਨੇ, ਵੀਕਨੈਸਸ ਦੇ ਉੱਤੇ ਕਮ ਜ਼ੋਰ ਦੇ ਕੇ, ਲੇਕਿਨ ਉਹਨਾਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਕਿਵੇਂ ਸੁਧਾਰ ਲਿਆ ਸਕਦੇ ਹਾਂ, ਇਹਦੇ ਉੱਤੇ ਅਸੀਂ ਆਪਦੇ ਪਲੀਜ਼ ਤਿਆਰੀ ਕਰਕੇ ਆਇਓ, ਵਿਚਾਰ ਦਿਓ, ਤਾਂ ਕਿ ਅਸੀਂ ਇੱਥੋਂ ਸਿੱਖ ਕੇ, ਜਿਹੜਾ ਵੀ ਸੁਣੇ ਪੜ੍ਹੇ ਵਿਚਾਰੇ ਗੱਲਾਂ ਸਿੱਖ ਕੇ ਅਸੀਂ ਕਿਵੇਂ ਆਪਣੀ ਕੌਮ, ਜੇ ਕੋਈ ਢਹਿੰਦੀਆਂ ਕਲਾਂ 'ਚ ਜਾ ਰਹੀ ਆ ਜਾਂ ਦੂਜੇ ਪਾਸੇ ਨਿਗਾਰ ਵਾਲੇ ਪਾਸੇ ਨੇ, ਉਹ ਨਿਗਾਰ ਵਾਲੀਆਂ ਜਾਂਦੀਆਂ ਚੀਜ਼ਾਂ ਨੂੰ ਅਸੀਂ ਕਿਵੇਂ ਬਦਲਾ ਕੇ, ਟਰਾਂਸਫਾਰਮ ਕਰਕੇ ਉਹਨਾਂ ਨੂੰ ਫੇਰ ਅਸੀਂ ਅੱਛਾਈ ਜੋ ਗੁਰੂ ਮਹਾਰਾਜ ਦਾ ਆਦਰਸ਼ ਆ ਉਧਰਲੇ ਪਾਸੇ ਨੂੰ ਆਪ ਜੁੜੀਏ ਤੇ ਜੋੜ ਸਕੀਏ, ਉਹਨਾਂ ਤੇ ਵਿਚਾਰ ਕਰਾਂਗੇ ਜੀ। ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਫੇਰ ਇੱਕ ਵਾਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਕਿੰਡ ਹਾਂਜੀ, ਤੁਸੀਂ ਉਹ ਮੈਂ ਉਦੋਂ ਜੁਆਇਨ ਨਹੀਂ ਕਰ ਸਕਿਆ ਸੀ, ਰਮਨ ਕੌਰ ਜੀ ਨੇ ਕਿਸੇ ਬੁੱਕ ਬਾਰੇ ਗੱਲ ਕੀਤੀ ਸੀ? ਨਹੀਂ, ਕੋਈ ਪੁਸਤਕ ਕਹਿ ਰਹੇ ਸਨ, ਕੋਈ ਐਸੀ ਜਿਹੜੀ ਜੀਵਨ ਮੱਲਾ ਨੇ ਟ੍ਰਾਂਸਲੇਟ ਕੀਤੀ ਹੈ, ਕੁਝ ਕਿਸਾ ਹੋਇਆ? ਨਹੀਂ, ਉਹ ਮੈਂ ਹੀ ਕਿਹਾ ਸੀ ਜੀ, ਉਹ ਜਿਹੜੀ ਭਜਨ ਸਿੰਘ ਭਿੰਡਰ ਤੇ ਪੀਟਰ ਫਰੈਡਰਿਕ ਦੀ ਲਿਖੀ ਹੋਈ ਹੈ ਨਾ, ਜਿਹੜੀ ਉਹ ਕੈਪਟੀਵੇਟਿੰਗ ਦਾ ਹਾਰਟ। ਹਾਂਜੀ, ਅੱਛਾ, ਮੈਨੂੰ ਨਹੀਂ ਸੀ ਪਤਾ। ਹਾਂਜੀ, ਠੀਕ ਹੈ, ਥੈਂਕ ਯੂ, ਮਿਹਰਬਾਨੀ। ਅਵੇਲੇਬਲ ਐਮਜ਼ਨ ਤੇ। ਹਾਂਜੀ, ਉਹੀ ਜੀਵਨ ਕੁਮਾਰ ਮੱਲਾ, ਉਹੀ ਪੜ੍ਹ ਕੇ ਜਦੋਂ ਫਾਰਮਰਸ ਪ੍ਰੋਟੈਸਟ ਦੇ ਦੌਰਾਨ ਉਹਨੂੰ ਸੁਣ ਕੇ, ਗੱਲਬਾਤ ਕਰਕੇ ਭਜਨ ਸਿੰਘ ਭਿੰਡਰ ਨੂੰ ਮਿਲ ਕੇ, then that's how he got impressed and that was the transformation ਉਹਦੇ ਆਪ ਦੇ ਵਿੱਚ ਤੇ ਉਹ ਜਿਹੜੀ ਸਾਊਥ ਦੇ ਵਿੱਚ ਉਹਨੇ ਜਿਹੜੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਉਹ। ਹਾਂਜੀ, ਬਹੁਤ ਅੱਛਾ, ਬਹੁਤ ਅੱਛਾ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ।